ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਅੱਜ ਦਾ ਆਪਣਾ ਇਹ ਪ੍ਰੋਗਰਾਮ ਹੈ ਵੀਕਲੀ ਅਪਡੇਟਸ। ਇਹਦੇ ਵਿੱਚ ਆਪਾਂ ਜਿੱਥੇ ਅਮਰੀਕਾ ਦੀਆਂ ਇਮੀਗ੍ਰੇਸ਼ਨ ਦੀਆਂ ਖਬਰਾਂ ਤੇ ਘਟਨਾਵਾਂ ਦੀ ਗੱਲ ਕਰਦੇ ਹਾਂ, ਉੱਥੇ ਨਾਲ ਹੀ ਤੁਹਾਡੇ ਸਵਾਲਾਂ ਦੇ ਜਵਾਬ ਉਹ ਵੀ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਸਰਲ ਪੰਜਾਬੀ ਦੇ ਵਿੱਚ ਜਿਹੜੇ ਆਮ ਸ਼ਬਦਾਂ ਦੇ ਵਿੱਚ ਜਿਹੜੇ ਅਮਰੀਕਨ ਇਮੀਗ੍ਰੇਸ਼ਨ ਦੇ ਜਿਹੜੇ ਨਿਊਜ਼ ਨੇ ਜਾਂ ਕੋਈ ਖਬਰਾਂ ਨੇ ਜਾਂ ਲਾਜ਼ ਨੇ, ਉਹਨਾਂ ਨੂੰ ਤੁਹਾਨੂੰ ਐਕਸਪਲੇਨ ਕੀਤਾ ਜਾਵੇ। ਤੇ ਜਿਹੜੀਆਂ ਇੰਪੋਰਟੈਂਟ ਖਬਰਾਂ ਨੇ ਇਸ ਵੀਕ ਦੀਆਂ, ਸਭ ਤੋਂ ਇੰਪੋਰਟੈਂਟ ਖਬਰ ਜਿਹੜੀ ਆ ਉਹ ਹੈਗੀ ਆ ਇਮੀਗ੍ਰੈਂਟਸ ਬਾਰੇ, ਜਿਹੜੇ ਕਿ ਬਾਰਡਰ ਕ੍ਰਾਸ ਕਰਕੇ ਆਉਂਦੇ ਆ ਤੇ ਜਿਨ੍ਹਾਂ ਨੂੰ ਆਪਾਂ ਇਲੀਗਲ ਇਮੀਗ੍ਰੈਂਟਸ ਵੀ ਕਹਿੰਦੇ ਆ। ਹੋਇਆ ਕਿ ਜਿਹੜਾ ਫਲੋਰੀਡਾ ਦਾ ਗਵਰਨਰ ਆ ਰੌਨ ਡੀ ਸੈਂਟਿਸ, ਉਹਨੇ ਸਪਟੈਂਬਰ 14 ਨੂੰ ਜਿਹੜੇ ਕੁਛ ਉੱਥੇ ਇਮੀਗ੍ਰੈਂਟਸ ਆਏ ਸੀ ਬਾਰਡਰ ਕ੍ਰਾਸ ਕਰਕੇ, ਉਹਨਾਂ ਨੂੰ 2 ਚਾਰਟਰ ਪਲੇਨ ਕਰਕੇ ਮਾਰਥਾਸ ਵਿਨਿਆਰਡ, ਜੋ ਕਿ ਮੈਸਾਚੂਸਟ ਸਟੇਟ ਦੇ ਵਿੱਚ ਆ, ਉੱਥੇ ਭੇਜਤਾ। ਤੇ ਇਹ ਜਿਹੜੇ ਇਮੀਗ੍ਰੈਂਟਸ ਆਏ ਸੀਗੇ ਇਹ ਜ਼ਿਆਦਾ ਵੈਨਜ਼ੂਏਲਾ ਤੋਂ ਆਏ ਸੀ ਤੇ ਇਹਨਾਂ ਨੇ USA ਐਂਟਰ ਕੀਤਾ ਸੀ ਟੈਕਸਸ ਤੋਂ। ਤੇ ਇਹਨਾਂ ਨੇ ਇਹ ਜਿਹੜੇ ਉੱਥੇ ਆਏ ਤੇ ਉਹਨਾਂ ਨੇ ਚੱਕ ਕੇ ਇਹ ਜਹਾਜ਼ 'ਚ ਬਿਠਾ ਕੇ 2 ਜਹਾਜ਼ਾਂ ਦੇ ਵਿੱਚ ਤੇ ਮਾਰਥਾਸ ਵਿਨਿਆਰਡ ਭੇਜ ਦਿੱਤੇ। ਤੇ ਉਦੋਂ ਬਾਅਦ ਜਿਹੜੇ ਟੈਕਸਸ ਦੇ ਗਵਰਨਰ ਹੈਗੇ ਆ ਗ੍ਰੈਗ ਐਬਟ, ਇਹਨੇ ਵੀ 2 ਚਾਰਟਰ ਬੱਸਾਂ ਕਰਕੇ 100 ਇਮੀਗ੍ਰੈਂਟ ਜਿਹੜੇ ਆ ਉਹ ਵਾਸ਼ਿੰਗਟਨ DC ਭੇਜਤੇ, ਜਿਹੜੇ ਕਿ ਉੱਥੇ ਐਂਟਰ ਕੀਤੇ ਸੀਗੇ। ਤੇ ਇਹ ਵੀ ਵੈਨਜ਼ੂਏਲਾ ਤੋਂ ਸੀ ਤੇ ਉਹਨਾਂ ਨੂੰ ਉੱਥੇ ਜਿਹੜਾ ਹੈਗਾ ਉੱਥੇ ਪਹੁੰਚਾਤਾ। ਤੇ ਜੋ ਕਿ ਟੋਟਲੀ ਜਿਹੜੀ ਫੈਡਰਲ ਇਮੀਗ੍ਰੇਸ਼ਨ ਲਾਜ਼ ਨੇ ਉਹਨਾਂ ਦੀ ਜਿਹੜੀ ਹੈਗੀ ਵਾਇਲੇਸ਼ਨ ਆ, ਕਿਉਂਕਿ ਇਮੀਗ੍ਰੇਸ਼ਨ ਜਿਹੜਾ ਸਬਜੈਕਟ ਆ ਇਹ ਫੈਡਰਲ ਸਬਜੈਕਟ ਆ ਤੇ ਫੈਡਰਲ ਗੌਰਮੈਂਟ ਜਿਹੜੀ ਸੈਂਟਰਲ ਗੌਰਮੈਂਟ ਆ ਉਹੀ ਇਹ 'ਤੇ ਐਕਸ਼ਨ ਲੈ ਸਕਦੀ ਹੈ ਜਾਂ ਲਾਅ ਬਣਾ ਸਕਦੀ ਹੈ, ਕਿਉਂਕਿ ਜਿਹੜੀ US ਕਾਂਗਰਸ ਆ ਉਹਦੇ ਲਾਅ ਦੇ ਥੱਲੇ ਹੁੰਦਾ। ਤੇ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਫੈਡਰਲ ਗੌਰਮੈਂਟ ਦਾ, ਉਹ ਡੀਲ ਕਰਦਾ। ਸਟੇਟਾਂ ਜਿਹੜੀਆਂ ਨੇ ਉਹਨਾਂ ਕੋਲ ਇਸ ਕਿਸਮ ਦੇ ਅਧਿਕਾਰ ਨਹੀਂ ਹੈਗੇ ਕਿ ਉਹ ਇਮੀਗ੍ਰੈਂਟਸ ਨੂੰ ਇੱਥੋਂ ਕਿਸੇ ਹੋਰ ਸਟੇਟ 'ਚ ਭੇਜ ਸਕਣ ਤੇ ਜਾਂ ਉਹਨਾਂ ਨੂੰ ਇਹ ਕੋਈ ਇਸ ਤਰੀਕੇ ਦੇ ਨਾਲ ਜਿਹੜੀਆਂ ਆਪਣੀਆਂ ਜੇਲ੍ਹਾਂ 'ਚ ਬੰਦ ਕਰਨ। ਪਰ ਇਹ ਜੇ 2 ਗਵਰਨਰਾਂ ਨੇ ਕੀਤਾ, ਫਲੋਰੀਡਾ ਦੇ ਨੇ ਤੇ ਟੈਕਸਸ ਦੇ ਨੇ, ਇਹਦੀ ਕਾਫੀ ਜ਼ਿਆਦਾ ਇੱਥੇ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਸਰਕਲ ਦੇ ਵਿੱਚ ਨਿਖੇਧੀ ਜਿਹੜੀ ਆ ਉਹ ਕੀਤੀ ਜਾ ਰਹੀ ਆ। ਪਲੱਸ ਇਹ ਜਿਹੜਾ ਐਕਟੀਵਿਟੀ ਸੀਗੀ ਇਹ ਗਲਤ ਸੀ, ਗੈਰ ਕਾਨੂੰਨੀ ਸੀ, ਕਿਉਂਕਿ ਫੈਡਰਲ ਗੌਰਮੈਂਟ ਦਾ ਜਿਹੜਾ ਅਧਿਕਾਰ ਖੇਤਰ ਆ ਵੀ ਕਿਹਨੂੰ ਕਿੱਥੇ ਲਿਜਾਣਾ ਜਾਂ ਉਹਨਾਂ ਨੂੰ ਡਿਟੇਨ ਕਰਨਾ, ਜਿਹੜੇ ਇਮੀਗ੍ਰੇਸ਼ਨ ਕੈਂਪ ਨੇ ਉਹ ਵੀ ਫੈਡਰਲ ਜਿਹੜੀਆਂ ਫੈਸਿਲਿਟੀਜ਼ ਨੇ, ਤੇ ਜਾਂ ਉਹਨਾਂ ਨੂੰ ਰਿਲੀਜ਼ ਕਰਨਾ ਉਹ ਵੀ ਆਈਸ ਕਰਦੀ ਆ। ਤੇ ਕਿਹਦੀ ਕਸਟਡੀ 'ਚ ਕਰਨਾ, ਜੇ ਕੋਈ ਗਰੰਟਰ ਹੈ ਜਾਂ ਕਿੱਥੇ ਭੇਜਣਾ, ਇਹਨੇ ਜਿਹੜੇ ਟੈਕਸਸ ਤੇ ਜਿਹੜਾ ਫਲੋਰੀਡਾ ਦਾ ਗਵਰਨਰ ਆ ਉਹਨਾਂ ਨੇ ਚੱਕ ਕੇ ਇਹਨਾਂ ਨੂੰ ਜਿਹੜੀਆਂ ਸਟੇਟਾਂ 'ਚ ਭੇਜਿਆ, ਉਹਦਾ ਕੋਈ ਜਿਹੜਾ ਹੈਗਾ ਤੁਕ ਨਹੀਂ ਬਣਦੀ ਕਿ ਆਪਣੀ ਸਟੇਟ ਤੋਂ ਕੱਢ ਕੇ ਹੋਰ ਪਾਸੇ ਭੇਜਤਾ, ਉਹਦਾ ਕੋਈ ਜਿਹੜਾ ਹੈਗਾ ਰੈਲੇਵੈਂਸ ਨਹੀਂ। ਤੇ ਇਹਦੀ ਕਾਫੀ ਜ਼ਿਆਦਾ ਇੱਥੇ ਜਿਹੜੀ ਆ ਉਹ ਅਮਰੀਕਾ ਦੇ ਵਿੱਚ ਨਿਖੇਧੀ ਕੀਤੀ ਜਾ ਰਹੀ ਆ। ਤੇ ਇਹ ਜਿਹੜਾ ਹੈਗਾ ਇਸੇ ਤਰ੍ਹਾਂ ਹੀ ਜਿਹੜੇ ਹੁਣ ਐਰੀਜ਼ੋਨਾ ਦੇ ਗਵਰਨਰ ਨੇ ਉਹਨਾਂ ਬਾਰੇ ਵੀ ਖਬਰ ਆ ਰਹੀ ਹੈ ਕਿ ਉਹਨਾਂ ਨੇ 2000 ਬੰਦੇ ਜਿਹੜੇ ਨੇ ਆਪਣੀ ਸਟੇਟ ਦੇ ਵਿੱਚ ਜਿਹੜੇ ਕਿ ਉੱਥੋਂ ਕ੍ਰਾਸ ਕਰਕੇ ਆਉਂਦੇ ਆ ਬਾਰਡਰ, ਉਹਨਾਂ ਨੂੰ ਵਾਸ਼ਿੰਗਟਨ DC ਭੇਜਿਆ, ਇੱਦਾਂ ਹੀ ਬੱਸਾਂ ਦੇ ਵਿੱਚ ਜਾਂ ਪਲੇਨਾਂ ਦੇ ਵਿੱਚ। ਸੋ ਇਹ ਇੱਕ ਕਿਸਮ ਦਾ ਜਿਹੜਾ ਹੈਗਾ ਉਹ ਠੀਕ ਨਹੀਂ, ਕਿਉਂਕਿ ਜਿਹੜੇ ਇਹਨਾਂ ਸਟੇਟਾਂ ਦੇ ਜਿਹੜੇ ਗਵਰਨਰ ਨੇ, ਚਾਹੇ ਐਰੀਜ਼ੋਨਾ ਹੋਵੇ, ਚਾਹੇ ਟੈਕਸਸ ਆ ਜਾਂ ਫਲੋਰੀਡਾ ਆ, ਉੱਥੇ ਕਿਉਂਕਿ ਬਾਰਡਰ ਸਟੇਟਾਂ ਨੇ, ਉੱਥੋਂ ਇਮੀਗ੍ਰੈਂਟਸ ਆਉਂਦੇ ਆ ਤੇ ਉਹਨਾਂ ਨਾਲ ਇਸ ਕਿਸਮ ਦਾ ਜਿਹੜਾ ਵਿਹਾਰ ਕਰਨਾ ਉਹ ਸਹੀ ਨਹੀਂ ਮੰਨਿਆ ਜਾ ਰਿਹਾ ਕਿਸੇ ਤਰ੍ਹਾਂ ਵੀ। ਤੇ ਇਹ ਕਰਨ ਦੇ ਨਾਲ ਜਿਹੜੀ ਹੈਗੀ ਆ ਉਹ ਜਿਹੜਾ ਉਹਨਾਂ ਨੇ ਭੇਜੇ ਆ ਉਹ ਟੈਕਸ ਪੇਅਰ ਦੇ ਮਨੀ ਨਾਲ ਭੇਜੇ ਆ। ਹੁਣ ਜਿਹੜਾ ਫਰਜ਼ ਕਰੋ ਟੈਕਸਸ ਦੇ ਜਿਹੜੇ ਗਵਰਨਰ ਨੇ ਚਾਰਟਰ ਪਲੇਨ ਕਰਕੇ ਭੇਜੇ ਨੇ, $12 ਮਿਲੀਅਨ ਉੱਤੇ ਖਰਚਾ ਆਇਆ। ਹੁਣ ਦੱਸੋ $12 ਮਿਲੀਅਨ ਟੈਕਸ ਪੇਅਰ ਜਿਹੜਾ ਉਹਦਾ ਖਰਚਾ ਕਰਕੇ ਪੈਸੇ ਦਾ ਉੱਥੇ ਭੇਜਤੇ। ਤੇ ਉਹ ਤਾਂ ਜਿਹੜੀ ਫੈਡਰਲ ਗੌਰਮੈਂਟ ਸੀਗੀ ਉਹ ਵੀ ਉਹਨੇ ਉੱਥੇ ਟੇਕਰ ਕਰਨ ਦੀ ਟੈਕਸਸ ਦੇ ਵਿੱਚ ਹੀ, ਤੇ ਵਾਸ਼ਿੰਗਟਨ DC ਉਹਨਾਂ ਨੂੰ ਭੇਜਣ ਦਾ ਕੀ ਦੱਸੋ ਰੈਲੇਵੈਂਸ ਬਣਦੀ ਸੀਗੀ। ਇਸ ਤਰ੍ਹਾਂ ਹੀ ਜਿਹੜਾ ਆਪਣਾ ਫਲੋਰੀਡਾ ਦਾ ਗਵਰਨਰ ਆ ਉਹਨੇ ਜਿਹੜੇ ਭੇਜੇ ਆ ਉਹਦੇ ਵਿੱਚ ਵੀ ਖਰਚਾ ਆਇਆ, ਉਹ ਟੈਕਸ ਪੇਅਰ ਮਨੀ ਦਾ ਖਰਚਾ ਆਇਆ। ਤੇ ਹੁਣ ਜਿਹੜਾ ਟੈਕਸਸ ਦੇ ਵਿੱਚ ਇੱਕ ਕਾਊਂਟੀ ਸ਼ੈਰਿਫ ਹੈ, ਉਹਨੇ ਕ੍ਰਿਮੀਨਲ ਇਨਵੈਸਟੀਗੇਸ਼ਨ ਖੋਲ੍ਹਤੀ ਆ ਕਿ ਇਹ ਜਿਹੜੀਆਂ ਸਟੇਟ ਦੀਆਂ ਚਾਰਟਰ ਫਲਾਈਟਾਂ ਗਈਆਂ ਸੀਗੀਆਂ ਸੈਨ ਐਂਟੋਨੀਓ ਤੋਂ ਫਲੋਰੀਡਾ ਤੇ ਫਿਰ ਮਾਰਥਾਸ ਵਿਨਿਆਰਡ ਅੱਗੇ ਉੱਥੇ ਪਹੁੰਚਾਇਆ, ਇਹ ਕਿਹਦੀ ਪਰਮਿਸ਼ਨ ਨਾਲ ਪਹੁੰਚਾਇਆ ਗਿਆ ਤੇ ਕਿਉਂ ਪਹੁੰਚਾਇਆ ਗਿਆ, ਤੇ ਜਿਹੜਾ ਟੈਕਸ ਪੇਅਰ ਦਾ ਜਿਹੜਾ ਪੈਸਾ ਉਹ ਇਹਨਾਂ 'ਤੇ ਕਿਉਂ ਲਾਇਆ ਗਿਆ, ਕੀ ਇਹਦੀ ਜਿਹੜੀ ਹੈਗੀ ਤੁਕ ਬਣਦੀ ਹੈ ਲਾਉਣ ਦੀ। ਤੇ ਇਹਦੇ 'ਚ ਕਈ ਜਿਹੜੇ ਸੈਲਮ ਸੀਕਰ ਨੇ ਜਿਹੜੇ ਕਿ ਵੈਨਜ਼ੂਏਲਾ ਤੋਂ, ਜਿਨ੍ਹਾਂ ਨੂੰ ਕਿ ਮਾਰਥਾਸ ਵਿਨਿਆਰਡ ਭੇਜਿਆ ਸੀ ਫਲੋਰੀਡਾ ਦੇ ਗਵਰਨਰ ਨੇ, ਉਹਨਾਂ ਨੇ ਲਾਅ ਸੂਟ ਫਾਈਲ ਕੀਤਾ ਗਵਰਨਰ ਦੇ ਖਿਲਾਫ। ਤੇ ਉਹ ਸੂਟ ਜਿਹੜਾ ਹੈਗਾ ਕੇਸ ਉਹ ਲੈਜ ਕਰਦਾ ਕਿ ਇਹ ਜਿਹੜੇ ਗਵਰਨਰ ਦੇ ਆਫਿਸ ਦੇ ਵਿੱਚ
ਬੰਦੇ ਕੁਝ ਕੰਮ ਕਰਦੇ ਨੇ ਉਹਦੇ ਆਫਿਸਰਸ, ਉਹਨਾਂ ਨੇ ਸਾਨੂੰ ਜਿਹੜਾ ਹੈਗਾ ਉਹ ਗਲਤ ਤਰੀਕੇ ਦੇ ਨਾਲ ਉੱਥੇ ਮਾਰਥਾਸ ਵਿਨੇਯਾਰਡ ਜਿਹੜਾ ਹੈਗਾ ਮੈਸਾਚੂਸਟ ਦੇ ਵਿੱਚ ਭੇਜਿਆ, ਸਾਡੀ ਕੰਸੈਂਟ ਤੋਂ ਬਿਨਾਂ ਭੇਜਿਆ ਤੇ ਸਾਨੂੰ ਦੱਸੇ ਬਿਨਾਂ ਭੇਜਿਆ ਵੀ ਕਿਉਂ ਭੇਜ ਰਹੇ ਆ, ਕਿੱਥੇ ਭੇਜ ਰਹੇ ਆ। ਹੁਣ ਇਹਦੇ ਬਾਰੇ ਜਿਹੜਾ ਕੇਸ ਆ ਇਹ ਕੋਰਟਾਂ ਜਾਏਗਾ ਤੇ ਜਿਹੜੀਆਂ ਕੋਰਟਾਂ ਹੈਗੀਆਂ ਉਹ ਡਿਸਾਈਡ ਕਰਨਗੀਆਂ। ਬੜੀ ਹੈਰਾਨੀ ਵਾਲੀ ਗੱਲ ਆ ਕਿ ਜਿਹੜੇ ਇਹ 3 ਸਟੇਟਾਂ ਦੇ ਗਵਰਨਰ ਨੇ, ਜਿਹੜੇ ਉੱਥੇ ਕੋਈ ਇਮੀਗ੍ਰੈਂਟਸ ਆਉਂਦੇ ਆ ਉਹਨਾਂ ਦੇ ਹੱਥ ਲੱਗ ਜਾਂਦੇ ਆ ਸਟੇਟ ਪੁਲਿਸ ਦੇ, ਜਾਂ ਇਸ ਤਰ੍ਹਾਂ ਉਹਨਾਂ ਨੂੰ ਉਹ ਚਾਰਟਰ ਫਲਾਈਟਾਂ ਕਰਕੇ ਜਾਂ ਬੱਸਾਂ ਕਰਕੇ ਤੇ ਹੋਰਾਂ ਸਟੇਟਾਂ ਵਿੱਚ ਭੇਜ ਦਿੰਦੇ ਨੇ, ਜੋ ਕਿ ਜਿਹੜੀ ਕਿ ਫੈਡਰਲ ਲਾਅ ਆ ਉਹਦੀ ਵਾਇਲੇਸ਼ਨ ਆ। ਉਹ ਇਹ ਨਹੀਂ ਅਲਾਉ ਕਰਦਾ, ਕਿਉਂਕਿ ਜਿਹੜਾ ਇਮੀਗ੍ਰੈਂਟਸ ਨਾਲ ਡੀਲ ਕਰਨਾ, ਚਾਹੇ ਉਹ ਲੀਗਲ ਤਰੀਕੇ ਨਾਲ ਆਉਣ ਚਾਹੇ ਇਲੀਗਲ ਤਰੀਕੇ ਨਾਲ ਆਉਣ, ਉਹ ਫੈਡਰਲ ਗੌਰਮੈਂਟ ਦਾ ਸਬਜੈਕਟ ਆ, ਨਾ ਕਿ ਸਟੇਟ ਗੌਰਮੈਂਟ ਦਾ ਅਮਰੀਕਾ ਦੇ ਵਿੱਚ। ਇਹ ਤਾਂ ਸੀ ਜੀ ਇਹ ਖਬਰ। ਇਸ ਤੋਂ ਇਲਾਵਾ ਜਿਹੜੀ ਹੋਰ ਇੰਪੋਰਟੈਂਟ ਖਬਰ ਆ ਉਹ ਹੈਗੀ ਆ ਕਿ ਜਿਹੜਾ ਇੱਕ ਲਾਅ ਸੂਟ ਸਰਕਾਰ ਦੇ ਖਿਲਾਫ ਕੀਤਾ ਸੀਗਾ ਕਈ ਸਟੇਟਾਂ ਨੇ, ਕਿ ਜਿਹੜੀਆਂ ਇਹਨਾਂ ਨੇ ਇਮੀਗ੍ਰੇਸ਼ਨ ਪ੍ਰਾਇਓਰਟੀਜ਼ ਸੈੱਟ ਕੀਤੀਆਂ ਨੇ ਕਿ ਕਿਹਨੂੰ ਡਿਪੋਰਟ ਕਰਨਾ ਕਿਹਨੂੰ ਨਹੀਂ ਕਰਨਾ, ਉਹ ਕੇਸ ਜਿਹੜਾ ਹੈਗਾ ਉਹ ਹੁਣ ਸੁਪਰੀਮ ਕੋਰਟ ਦੇ ਵਿੱਚ ਚਲਿਆ ਗਿਆ। ਉਹਦਾ ਨਾਂ ਹੈਗਾ ਯੂਨਾਈਟਿਡ ਸਟੇਟਸ ਵਰਸਸ ਟੈਕਸਸ। ਤੇ ਉਹਦੇ ਵਿੱਚ ਕਈ ਜਿਹੜੀਆਂ ਇਮੀਗ੍ਰੇਸ਼ਨ ਐਡਵੋਕੇਸੀ ਗਰੁੱਪਸ ਨੇ ਉਹਨਾਂ ਨੇ ਆਪਣੀ ਐਮਿਕਸ ਬਰੀਫ ਜਿਹੜੀ ਆ ਉਹ ਫਾਈਲ ਕੀਤੀ ਆ। ਤੇ ਇਸ ਕੇਸ ਦੇ ਵਿੱਚ ਜਿਹੜਾ ਹੈਗਾ ਯੂਨਾਈਟਿਡ ਸਟੇਟਸ ਵਰਸਸ ਟੈਕਸਸ, Supreme Court will review a challenge brought by Texas and Louisiana to the U.S. Department of Homeland Security's attempt to set immigration enforcement priorities. Texas and Louisiana claim that they object to the increased costs that come with the policy, but their motivations are clear: keep immigrants out of their states. So ਇਹ ਜਿਹੜੀ 2 ਸਟੇਟਾਂ ਨੇ ਟੈਕਸਸ ਤੇ ਲੂਜ਼ੀਆਨਾ, ਇਹਨਾਂ ਨੇ ਜਿਹੜੀ ਇਹ ਸਰਕਾਰ ਬਾਈਡਨ ਸਰਕਾਰ ਦੀ ਨੀਤੀ ਸੀਗੀ ਕਿ ਕਿਹਨੂੰ ਡਿਪੋਰਟ ਕਰਨਾ ਕਿਹਨੂੰ ਨਹੀਂ ਕਰਨਾ, ਉਹਨਾਂ ਨੇ ਇੱਕ ਇਹ ਆਪਣਾ ਜਿਹੜੀ ਪਾਲਿਸੀ ਬਣਾਈ ਸੀ ਵੀ ਜਿਹੜੇ ਬੰਦੇ ਇੱਥੇ ਰਹਿ ਰਹੇ ਨੇ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰੈਕਡ ਨਹੀਂ ਹੈਗਾ, ਜਾਂ ਜਿਹੜੇ ਬੰਦਿਆਂ ਦਾ ਜਿਹੜੀ ਅਮਰੀਕਾ ਦੀ ਜਿਹੜੀ ਇੰਟਰਨਲ ਜਿਹੜੀ ਇੱਥੋਂ ਦੀ ਲਾਅ ਐਨਫੋਰਸਮੈਂਟ ਆ ਉਹਦੇ ਨਾਲ ਕੋਈ ਕਨਫਲਿਕਟ ਨਹੀਂ ਆ, ਤੇ ਜਾਂ ਉਹ ਬੰਦੇ ਜਿਹੜੇ ਨੇ ਜਿਨ੍ਹਾਂ ਦਾ ਕਿ ਜਿਹੜੀ ਅਮਰੀਕਨ ਸਰਕਾਰ ਦੀ ਜਿਹੜੀ ਨੀਤੀ ਹੈਗੀ ਆ ਫੋਰਨ ਪਾਲਿਸੀ ਆ, ਜਿਵੇਂ ਕਿ ਇਹ ਖਿਲਾਫ ਨੇ ਟੈਰਰਿਜ਼ਮ ਵਗੈਰਾ ਦੇ, ਉਹਨਾਂ ਨਾਲ ਕੋਈ ਇਨਵੋਲਵਮੈਂਟ ਨਹੀਂ, ਵੀ ਜਿਹੜੇ ਬੰਦੇ ਟੈਰਰਿਸਟ ਐਕਟੀਵਿਟੀ ਹਿੱਸਾ ਨਹੀਂ ਲੈਂਦੇ। ਤੇ ਜਿਹੜੇ ਬੰਦੇ ਨਵੰਬਰ 2020 ਤੋਂ ਪਹਿਲਾਂ ਦੇ ਆਏ ਆ ਉਹਨਾਂ ਬੰਦਿਆਂ ਨੂੰ ਡਿਪੋਰਟ ਨਹੀਂ ਕੀਤਾ ਜਾਊਗਾ। ਸਿਰਫ ਉਹੀ ਬੰਦੇ ਡਿਪੋਰਟ ਕੀਤੇ ਜਾਣਗੇ ਜਿਹੜੇ ਰੀਸੈਂਟ ਆਏ ਨੇ ਨਵੰਬਰ 2020 ਤੋਂ ਬਾਅਦ, ਜਾਂ ਜਿਹੜੇ ਬੰਦਿਆਂ ਦੇ ਇੱਥੇ ਕ੍ਰਿਮੀਨਲ ਰਿਕਾਰਡ ਨੇ ਜੋ ਕਿ ਇੱਥੇ ਲੋਕਲ ਜਿਹੜੀਆਂ ਕਮਿਊਨਿਟੀਜ਼ ਨੂੰ ਥ੍ਰੈਟ ਨੇ ਜਾਂ ਲਾਅ ਐਨਫੋਰਸਮੈਂਟ ਨੂੰ, ਜਾਂ ਉਹ ਬੰਦੇ ਜਿਨ੍ਹਾਂ ਦਾ ਕਿ ਟੈਰਰਿਸਟ ਆਰਗੇਨਾਈਜੇਸ਼ਨ ਨਾਲ ਸੰਬੰਧ ਆ। ਇਸ ਤੋਂ ਇਲਾਵਾ ਜਿਹੜੇ ਬਾਕੀ ਬੰਦਿਆਂ ਨੂੰ ਰਿਪੋਰਟ ਨਹੀਂ ਕੀਤਾ ਜਾਊਗਾ। ਇਹ ਬਣਾਈ ਸੀ ਨੀਤੀ, ਜੋ ਕਿ ਜਿਹੜੀ ਪਿਛਲੀ ਸਰਕਾਰ ਸੀ ਟਰੰਪ ਦੀ, ਉਹਦੀ ਨੀਤੀ ਦੇ ਬਿਲਕੁਲ ਉਲਟ ਸੀ। ਉਹਦੀ ਨੀਤੀ ਇਹ ਸੀ ਵੀ ਜਿਹਦੇ ਖਿਲਾਫ ਵੀ ਡੈਪੂਟੇਸ਼ਨ ਲੱਗੀ ਹੈ ਉਹਨੂੰ ਰਿਪੋਰਟ ਕਰੋ, ਚਾਹੇ ਕ੍ਰਿਮੀਨਲ ਰੈਕਡ ਹੈ ਜਾਂ ਨਹੀਂ ਹੈ। ਇਸ ਨੀਤੀ ਨੂੰ ਚੈਲੰਜ ਕੀਤਾ ਟੈਕਸਸ ਤੇ ਲੂਜ਼ੀਆਨਾ ਸਟੇਟਾਂ ਨੇ, ਤੇ ਉਹ ਕੇਸ ਹੁੰਦਾ ਹੁਣ ਪਹੁੰਚ ਗਿਆ US ਸੁਪਰੀਮ ਕੋਰਟ ਕੋਲ। ਕੇਸ ਦਾ ਨਾਂ ਹੈਗਾ ਯੂਨਾਈਟਿਡ ਸਟੇਟਸ ਵਰਸਸ ਟੈਕਸਸ। ਤੇ ਇਹਦੇ ਵਿੱਚ ਹੁਣ ਜਿਹੜਾ ਹੈਗਾ ਉਹ ਇਹਦੀ ਸੁਣਵਾਈ ਹੋਏਗੀ ਤੇ ਉਹ ਹੁਣ ਸੁਪਰੀਮ ਕੋਰਟ ਡਿਸਾਈਡ ਕਰੇਗੀ ਕਿ ਕੀ ਜਿਹੜੀ ਸਰਕਾਰ ਆ ਉਹ ਆਪਣੀ ਇਹ ਪ੍ਰਾਇਓਰਟੀ ਸੈੱਟ ਕਰ ਸਕਦੀ ਹੈ ਕਿ ਕਿਹਨੂੰ ਰਿਪੋਰਟ ਕਰਨਾ ਕਿਹਨੂੰ ਨਹੀਂ ਕਰਨਾ, ਕਿ ਇਹਦੇ 'ਚ ਕੀ ਜਿਹੜਾ ਹੈਗਾ ਉਹ ਫੈਸਲਾ ਕੋਰਟ ਕਰਦੀ ਹੈ, ਦੇਖਣ ਵਾਲਾ ਹੋਏਗਾ। ਇਹਦਾ ਬੈਕਗਰਾਊਂਡ ਇਹ ਆ ਕਿ ਸਤੰਬਰ 2021 ਦੇ ਵਿੱਚ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਨੇ, ਉਹਨਾਂ ਨੇ ਇੱਕ ਮੈਮੋ ਇਸ਼ੂ ਕੀਤਾ ਸੀਗਾ ਕਿ ਇਨਫੋਰਸਮੈਂਟ ਜਿਹੜੀ ਹੈਗੀ ਆ ਉਹ ਕਿਹਨੂੰ ਫੜਿਆ ਜਾਊਗਾ ਕਿਹਨੂੰ ਨਹੀਂ ਫੜਿਆ ਜਾਊਗਾ, ਜਿਹਦੇ ਬਾਰੇ ਮੈਂ ਦੱਸ ਕੇ ਹਟਿਆ ਕਿ ਉਹਨਾਂ ਨੇ ਕਿਹਾ ਸੀ ਵੀ ਇਹਨਾਂ ਬੰਦਿਆਂ ਨੂੰ ਅਸੀਂ ਡਿਪੋਰਟ ਕਰਾਂਗੇ ਤੇ ਇਹਨਾਂ ਨੂੰ ਨਹੀਂ ਕਰਾਂਗੇ। ਤੇ ਟੈਕਸਸ ਤੇ ਲੂਜ਼ੀਆਨਾ ਨੇ ਇਹ ਸੂਹ ਕੀਤਾ। ਇਹ ਜਿਹੜਾ ਕੇਸ ਹੈਗਾ ਇਹ ਕੋਰਟ 'ਚ ਗਿਆ ਤੇ ਜੂਨ 2022 ਦੇ ਵਿੱਚ ਇੰਜੰਕਸ਼ਨ ਜਿਹੜੀ ਆ ਉਹ ਜਾਰੀ ਕੀਤੀ ਲੋਕਲ ਕੋਰਟ ਨੇ, ਇਹਨੂੰ ਸਟੇ ਕੀਤਾ ਇਹ ਜਿਹੜੀ ਇਨਫੋਰਸਮੈਂਟ ਨੂੰ। ਇਹ ਤੋਂ ਬਾਅਦ ਇਹ ਕੇਸ ਗਿਆ 5th ਸਰਕਟ 'ਚ। 5th ਸਰਕਟ ਨੇ ਵੀ ਕਿਹਾ ਵੀ ਜਿਹੜੀ ਲੋਕਲ ਕੋਰਟ ਆ ਉਹਦਾ ਫੈਸਲਾ ਠੀਕ ਆ, ਕਿ ਜਿਹੜੀ ਸਰਕਾਰ ਆ ਉਹਦੇ ਕੋਲ ਕੋਈ ਹੱਕ ਨਹੀਂ ਹੈਗਾ ਇਨਫੋਰਸਮੈਂਟ ਆਪਣੀ ਜਿਹੜੀ ਹੈਗੀ ਆ ਉਹ ਪਾਲਿਸੀ ਬਣਾਉਣ ਦਾ ਵੀ ਕਿਹਨੂੰ ਰਿਪੋਰਟ ਕਰਨਾ ਕਿਹਨੂੰ ਨਹੀਂ ਕਰਨਾ। ਇਹ ਸਰਕਾਰ ਫੈਸਲਾ ਨਹੀਂ ਕਰ ਸਕਦੀ। ਜਿਹਦੇ ਖਿਲਾਫ ਡੈਪੂਟੇਸ਼ਨ ਲੱਗੀ ਆ ਉਹਨੂੰ ਰਿਪੋਰਟ ਕਰੋ, ਚਾਹੇ ਉਹਦਾ ਕ੍ਰਿਮੀਨਲ ਰਿਕਾਰਡ ਹੈ ਜਾਂ ਨਹੀਂ। ਫਿਰ ਇਹ ਕੇਸ ਚੱਲ ਗਿਆ ਜੀ ਸੁਪਰੀਮ ਕੋਰਟ ਦੇ ਕੋਲ, ਤੇ ਸੁਪਰੀਮ ਕੋਰਟ ਨੇ ਹੁਣ ਕੇਸ ਜਿਹੜਾ ਸੁਣਨਾ ਦਸੰਬਰ 2022 ਆਹ ਸਾਲ ਦਸੰਬਰ ਦੇ ਵਿੱਚ ਇਹਦਾ ਫੈਸਲਾ ਹੋਣਾ। ਤੇ ਇਹਦੇ ਵਿੱਚ ਇਹ ਫੈਸਲਾ ਹੋਊਗਾ ਕਿ ਕੀ ਜਿਹੜੀ ਸਰਕਾਰ ਆ ਉਹ ਨੀਤੀ ਬਣਾ ਸਕਦੀ ਆ, ਜਿਹੜੀ ਫੈਡਰਲ ਗੌਰਮੈਂਟ ਆ ਨੀਤੀ ਬਣਾ ਸਕਦੀ ਹੈ ਵੀ ਕਿਹਨੂੰ ਰਿਪੋਰਟ ਕਰਨਾ ਕਿਹਨੂੰ ਨਹੀਂ ਕਰਨਾ,
ਕਿ ਜਾਂ ਉਹਨੂੰ ਜਿਹੜੇ ਖਿਲਾਫ ਵੀ ਡੈਪੂਟੇਸ਼ਨ ਲੱਗੀ ਹੈ, ਚਾਹੇ ਉਹਦਾ ਕੋਈ ਕ੍ਰਿਮੀਨਲ ਰੈਕਡ ਹੈ ਜਾਂ ਨਹੀਂ, ਚਾਹੇ ਪੁਰਾਣਾ ਹੀ ਆਇਆ, ਉਹਨੂੰ ਡਿਪੋਰਟ ਕਰਨਾ ਹੀ ਪਏਗਾ। ਇਹ ਸੁਪਰੀਮ ਕੋਰਟ ਜਿਹੜੀ ਆ ਇਹਦੇ ਤੇ ਡਿਸਾਈਡ ਕਰੇਗੀ। ਇਸ ਤੋਂ ਇਲਾਵਾ ਜਿਹੜੀ ਹੋਰ ਇੰਪੋਰਟੈਂਟ ਖਬਰ ਹੈਗੀ ਆ ਜੀ ਇਸ ਵੀਕ ਦੀ, ਉਹ ਹੈਗੀ ਆ ਸਰਕਾਰ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਹੈਗੀ ਆ, ਇਹ ਕੰਸੀਡਰ ਕਰ ਰਹੀ ਹੈ ਕਿ $multi-million ਪੇ ਆਊਟ ਪੈਸੇ ਦੇਣੇ ਉਹਨਾਂ ਫੈਮਲੀਜ਼ ਨੂੰ ਜਿਹੜੀਆਂ ਕਿ ਬਾਰਡਰ 'ਤੇ ਸਪਰੇਟ ਪਹਿਲਾਂ ਕੀਤੀਆਂ ਗਈਆਂ ਸੀ ਕਿਸੇ ਟਾਈਮ 'ਤੇ, ਜਦੋਂ ਟਰੰਪ ਪ੍ਰੈਜ਼ੀਡੈਂਟ ਹੁੰਦਾ ਸੀ, ਉਦੋਂ ਜਿਹੜੇ ਬੱਚਿਆਂ ਤੋਂ ਮਾਂ-ਬਾਪ ਵੱਖਰੇ ਕੀਤੇ, ਉਹਨਾਂ ਨੂੰ ਕੁਝ ਜਿਹੜੀ ਕੰਪਨਸੇਸ਼ਨ ਦੇਣ ਬਾਰੇ ਸਰਕਾਰ ਸੋਚ ਰਹੀ ਆ। ਅਤੇ ਇਹਦੇ 'ਚ ਇਹ ਜਿਹੜੀ ਕੰਪਨਸੇਸ਼ਨ ਦੀ ਅਮਾਊਂਟ ਆ, ਜੇ ਉਹ ਅਪਰੂਵ ਹੋ ਜਾਂਦੀ ਆ, ਉਹ ਹੋਏਗੀ $4,50,000 ਪਰ ਪਰਸਨ। ਅਤੇ ਇਹ ਰਿਕਾਰਡ ਇਹ ਆ ਵੀ 3,900 ਬੱਚੇ ਆਪਣੇ ਮਾਂ-ਬਾਪ ਤੋਂ ਸੈਪਰੇਟ ਕੀਤੇ ਗਏ ਟਰੰਪ ਦੇ ਕਾਰਜਕਾਲ ਦੌਰਾਨ, ਜਿਨ੍ਹਾਂ ਨੂੰ ਕਿ ਅੱਡ ਕੀਤਾ ਗਿਆ ਮਾਂ-ਬਾਪ ਤੋਂ, ਅਤੇ ਉਹਨਾਂ ਨਾਲ ਬਹੁਤ ਬੁਰਾ ਵਿਹਾਰ ਕੀਤਾ ਗਿਆ। ਇਹ ਜਿਹੜੇ ਬੱਚੇ ਹੈਗੇ ਆ, ਇਹ US ਮੈਕਸੀਕੋ ਬਾਰਡਰ ਤੋਂ ਇਹਨਾਂ ਨੇ ਕ੍ਰਾਸ ਕੀਤਾ ਸੀ ਆਪਣੇ ਪੇਰੈਂਟਸ ਦੇ ਨਾਲ 2018 ਦੇ ਵਿੱਚ। ਅਤੇ ਉਦੋਂ ਜਿਹੜੀ ਸਰਕਾਰ ਦੀ ਨੀਤੀ ਇਹ ਸੀ ਵੀ ਜ਼ੀਰੋ ਟੋਲਰੈਂਸ, ਵੀ ਇਹ ਸਾਰੇ ਡਿਪੋਰਟ ਕਰੋ। ਮਾਂ-ਬਾਪ ਨੂੰ ਬੱਚਿਆਂ ਤੋਂ ਵੱਖ ਕੀਤਾ ਗਿਆ, ਉਹਨਾਂ ਨੂੰ ਇਹ ਨਹੀਂ ਦੱਸਿਆ ਗਿਆ ਬੱਚੇ ਕਿੱਥੇ ਆ। ਅਤੇ ਉਹ ਇਹ ਵੀ ਆਇਆ ਵੀ ਉੱਥੇ ਕਾਫੀ ਹਿਊਮਨ ਰਾਈਟ ਅਬਿਊਜ਼ਸ ਹੋਏ, ਅਤੇ ਕਾਫੀ ਜਿਹੜੇ ਪੇਰੈਂਟਸ ਸੀ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਇੱਥੋਂ ਵਾਪਸ। ਅਤੇ ਉਹ ਜਿਹੜੀ ਸੀਗੀ ਨੀਤੀ, ਉਹਨੂੰ ਇਹ ਸਰਕਾਰ ਨੇ ਆ ਕੇ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਰਿਵਰਸ ਕੀਤਾ। ਇਹਨਾਂ ਨੇ ਕਾਫੀ ਪੇਰੈਂਟਸ ਨੂੰ, ਬੱਚਿਆਂ ਨੂੰ ਜਿਹੜੀ ਮਿਲਾਉਣ ਦੀ ਕੋਸ਼ਿਸ਼ ਵੀ ਕੀਤੀ, ਸਫਲ ਵੀ ਹੋਏ। ਸੋ ਕਾਫੀ ਇਹਨਾਂ ਨੇ ਜਿਹੜੇ ਪੇਰੈਂਟਸ ਸੀ ਉਹਨਾਂ ਨੂੰ ਲੱਭ ਕੇ ਲਿਆ ਕੇ ਬੱਚਿਆਂ ਨਾਲ ਮਿਲਾਇਆ। ਅਤੇ ਹੁਣ ਸਰਕਾਰ ਜਿਹੜੀ ਆ ਉਹ ਇਹ ਕਰ ਰਹੀ ਆ ਕਿ ਇਹਨਾਂ ਨੂੰ ਜਿਹੜੀ ਮੋਨੀਟਰੀ ਕੰਪਨਸੇਸ਼ਨ ਦਿੱਤੀ ਜਾਵੇ, ਜਿਨ੍ਹਾਂ ਦਾ ਕਿ ਇਸ ਕਿਸਮ ਦਾ ਨੁਕਸਾਨ ਹੋਇਆ, ਅਤੇ ਉਹਨਾਂ ਨੂੰ ਜਿਹੜਾ ਇਸ ਕਿਸਮ ਦਾ ਜਿਹੜਾ ਟੌਰਚਰ ਹੈਗਾ, ਮੈਂਟਲ ਟੌਰਚਰ, ਉਹਦਾ ਸਾਹਮਣਾ ਕਰਨਾ ਪਿਆ ਵੀ ਬੱਚਿਆਂ ਨੂੰ ਮਾਂ-ਬਾਪ ਤੋਂ ਅਲੱਗ ਕੀਤਾ ਗਿਆ। ਸੋ ਇਹ ਹੁਣ ਦੇਖੋ ਜੇ ਅਪਰੂਵ ਹੁੰਦਾ ਤਾਂ ਸਰਕਾਰ ਇਹ ਕਹਿ ਰਹੀ ਹੈ ਵੀ $4,50,000 ਪਰ ਬੱਚੇ ਨੂੰ। ਪਰ ਇਹ ਹਰੇਕ ਕੇਸ 'ਚ ਨਹੀਂ ਆ, ਇਹ ਉਹਨਾਂ ਕੇਸਾਂ 'ਚ ਹੀ ਆ ਜਿਹੜੇ ਕਿ ਟਰੰਪ ਦੇ ਕਾਰਜਕਾਲ ਦੌਰਾਨ ਬੱਚੇ ਮਾਂ-ਬਾਪ ਤੋਂ ਵੱਖ ਕੀਤੇ ਗਏ ਸੀ। ਅਤੇ ਉਹ ਨੀਤੀ ਜਿਹੜੇ ਉਹ ਬਕਾਇਦਾ ਕੇਸ ਆਇਡੈਂਟੀਫਾਈਡ ਨੇ ਵੀ ਕਿਹੜੇ ਕੇਸ ਨੇ, ਉਹਨਾਂ 'ਚ ਕੰਪਨਸੇਸ਼ਨ ਮਿਲੂਗੀ। ਹੋਰਾਂ ਕੇਸਾਂ ਦੇ ਵਿੱਚ ਇਹ ਕੋਈ ਕੰਪਨਸੇਸ਼ਨ ਨਹੀਂ ਮਿਲੇਗੀ। ਇਹ ਤੋਂ ਇਲਾਵਾ ਜਿਹੜੀ ਖਬਰ ਹੈ ਜੀ, ਉਹ ਇਹ ਹੈਗੀ ਆ ਕਿ ਹੁਣ ਜਿਹੜੇ ਕੇਸਿਸ ਹੈਗੇ ਆ, ਖਾਸ ਕਰਕੇ ਗ੍ਰੀਨ ਕਾਰਡ ਦੇ ਜਾਂ ਸਿਟੀਜ਼ਨਸ਼ਿਪ ਦੇ ਜਿਹੜੀਆਂ ਇੱਥੇ ਇੰਟਰਵਿਊਜ਼ ਵਗੈਰਾ ਹੁੰਦੀਆਂ, ਉਹ ਥੋੜ੍ਹਾ ਫਾਸਟ ਹੋਇਆ ਅੱਗੇ ਨਾਲੋਂ। ਸਰਕਾਰ ਨੇ ਥੋੜ੍ਹੀ ਜਿਹੀ ਤੇਜ਼ੀ ਲਿਆਂਦੀ ਆ, ਅਤੇ ਹੁਣ ਦੇਖੋ ਕਿੰਨੀ ਕੁ ਇਹਦੀ ਜਿਹੜੀ ਹੈਗੀ ਆ ਉਹ ਹੋਰ ਜ਼ਿਆਦਾ ਫਾਸਟ ਹੁੰਦਾ। ਅਤੇ ਦੂਸਰੀ ਸਾਡੀ ਜਿਹੜੀ ਮੁਹਿੰਮ ਹੈਗੀ ਆ ਕਿ ਐਮਬੈਸੀ ਨੂੰ ਮੂਵ ਕੀਤਾ ਜਾਵੇ ਬੰਬੇ ਤੋਂ ਦਿੱਲੀ, ਉਹ ਵੀ ਜਾਰੀ ਆ। ਉਹਦੇ ਵਿੱਚ ਵੀ ਜਿਹੜੀ ਕਾਮਯਾਬੀ ਹੋ ਸਕਦਾ ਮਿਲ ਜੇ, ਉਹ ਮੈਂ ਜਾਣਕਾਰੀ ਦਊਂਗਾ ਜਦੋਂ ਵੀ ਹੋਇਆ। ਅਸੀਂ ਕਾਫੀ ਦੇਰ ਤੋਂ ਉੱਤੇ ਵੀ ਲੱਗੇ ਹੋਏ ਆ ਕਿ ਉਹ ਜਿਹੜਾ ਹੈਗਾ ਸਾਡਾ ਉਪਰਾਲਾ ਕਾਮਯਾਬ ਹੋਵੇ, ਤਾਂ ਕਿ ਇੰਟਰਵਿਊਜ਼ ਵਗੈਰਾ ਜਿਹੜੀਆਂ ਹੈਗੀਆਂ ਉਹ ਫਾਸਟ ਹੋ ਸਕਣ। ਪਰ ਜਿਹੜਾ ਵਿਜ਼ਟਰ ਵੀਜ਼ਾ, ਉਹਦੀਆਂ ਅਜੇ ਵੀ ਡੇਟਾਂ ਜਿਹੜੀਆਂ ਨੇ ਇੰਟਰਵਿਊਜ਼ ਦੀਆਂ ਉਹ ਜਲਦੀ ਨਹੀਂ ਮਿਲ ਰਹੀਆਂ। ਖਾਸ ਕਰਕੇ ਇੰਡੀਆ ਦੇ ਵਿੱਚ ਬਹੁਤ ਪ੍ਰੋਬਲਮ ਆ ਰਹੀ ਆ, ਬਹੁਤ ਟਾਈਮ ਉਹਨੂੰ ਲੱਗ ਰਿਹਾ ਉਹ ਡੇਟਾ ਨੂੰ ਲੈਣ ਲਈ। ਅਤੇ ਲੇਕਿਨ ਕਈ ਕੇਸਾਂ ਦੇ ਵਿੱਚ ਅਸੀਂ ਡੇਟਾ ਲੈਣ 'ਚ ਸਫਲ ਹੋਏ ਹਾਂ ਜਲਦੀ, ਪਰ ਜਿਨ੍ਹਾਂ ਵਿੱਚ ਖਾਸ ਕਰਕੇ ਓਲਡ ਜਿਹੜੇ ਬੰਦੇ ਸੀ, ਖਾਸ ਕਰਕੇ ਪੇਰੈਂਟ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਮਿਲਣਾ ਸੀ, ਇਸ ਕਿਸਮ ਦਾ। ਪਰ ਆਮ ਤੌਰ 'ਤੇ ਜਿਹੜੀ ਵੇਟ ਆ ਬਹੁਤ ਲੰਬੀ ਆ, ਕਈ ਥਾਵਾਂ 'ਤੇ ਸਾਲ 1.5 ਸਾਲ ਦੀ ਵੀ ਵੇਟ ਜਿਹੜੀ ਆ ਉਹ ਹੈਗੀ ਆ। ਸੋ ਇਹ ਤਾਂ ਸੀ ਜੀ ਇੰਪੋਰਟੈਂਟ ਖਬਰਾਂ ਇਸ ਵੀਕ ਦੀਆਂ, ਅਤੇ ਇਹਦੇ ਨਾਲ ਹੀ ਤੁਹਾਡੇ ਹੁਣ ਜਿਹੜੇ ਸਵਾਲਾਂ ਦੇ ਜਵਾਬ ਆਪਾਂ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਪਹਿਲਾ ਸਵਾਲ ਜਿਹੜਾ ਹੈਗਾ ਜੀ ਉਹ ਇਹ ਆ ਕਿ ਉਹ ਇਹ ਕਹਿ ਰਹੇ ਆ ਕਿ ਤੁਹਾਡਾ ਬੜਾ ਧੰਨਵਾਦ ਹੈ ਜੀ ਕਿ ਤੁਸੀਂ ਇਸ ਕਿਸਮ ਦਾ ਸਾਨੂੰ ਜਿਹੜਾ ਹੈਗਾ ਉਹ ਜਿਹੜਾ ਪ੍ਰੋਗਰਾਮ ਕਰਦੇ ਹੋ, ਅਤੇ ਸਾਨੂੰ ਇਹਦੇ 'ਚ ਬੜਾ ਫਾਇਦਾ ਹੁੰਦਾ। ਅਤੇ ਦੇਖੋ ਜੀ, ਮੇਰੀ ਕੋਸ਼ਿਸ਼ ਹੁੰਦੀ ਆ ਵੀ ਜਿੰਨੀ ਵੀ ਵੱਧ ਤੋਂ ਵੱਧ ਮੈਂ ਤੁਹਾਨੂੰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਸਕਾਂ। ਤੁਸੀਂ ਇਹਨਾਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਇੱਕ ਮੈਂ ਇੱਥੇ ਇਹ ਗੱਲ ਕਹਿਣੀ ਆ ਕਿ ਸਾਡੀ ਕੋਈ ਹੈਲਪਲਾਈਨ ਨਹੀਂ ਹੈਗੀ। ਜਿਹੜਾ ਆਹ ਬੰਦੇ ਕੋਈ ਹੈਲਪਲਾਈਨ ਚਲਾ ਰਹੇ ਆ, ਇਹ ਟੋਟਲੀ ਫੇਕ ਆ, ਅਤੇ ਤੁਹਾਨੂੰ ਕਿਸੇ ਨੂੰ ਜਿਹੜੀ ਆ ਹੈਲਪਲਾਈਨ ਆ ਕੋਈ ਇਹ 'ਤੇ ਜਾਣ ਦੀ ਲੋੜ ਨਹੀਂ। ਤੁਸੀਂ ਆਪਣੇ ਸਵਾਲਾਂ ਦੇ ਜਵਾਬ ਮੈਨੂੰ, ਆਪਣੇ ਸਵਾਲ ਜਿਹੜੇ ਹੈਗੇ ਆ ਉਹ ਲਿਖ ਕੇ ਭੇਜੋ, ਅਤੇ ਮੈਂ ਉਹਦੇ ਜਵਾਬ ਦਿਆਂਗਾ। ਜਾਂ ਸਾਡੇ ਤੁਸੀਂ ਆਫਿਸ ਆ ਕੇ ਸਾਨੂੰ ਮਿਲ ਸਕਦੇ ਹੋ ਜੇ ਇੱਥੇ ਅਮਰੀਕਾ ਦੇ ਵਿੱਚੋਂ। ਪਰ ਸਾਡੀ ਕੋਈ ਹੈਲਪਲਾਈਨ ਕਿਸੇ ਕਿਸਮ ਦੀ ਨਹੀਂ ਆ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਵੀ ਚਾਈਲਡ ਸਟੇਟਸ ਜਿਹੜਾ ਪ੍ਰੋਟੈਕਸ਼ਨ ਐਕਟ ਹੈਗਾ, ਇਹਦੇ ਬਾਰੇ ਜਿਹੜਾ ਹੈਗਾ ਇਹ ਕਦੋਂ ਲਾਗੂ ਹੁੰਦਾ, ਕੀ ਜਾਣਕਾਰੀ ਮਿਲ ਸਕਦੀ ਆ? ਦੇਖੋ ਜੀ, ਗੱਲ ਇਹ ਹੈਗੀ ਆ ਕਿ ਜਿਹੜਾ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਆ, ਇਹਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਮਿਲਦੀ ਆ ਉਦੋਂ ਜਦੋਂ ਲਾਗੂ ਉਦੋਂ ਹੁੰਦਾ ਜਦੋਂ ਤੁਹਾਡੀ ਜਿਹੜੀ ਡੇਟ ਕਰੰਟ ਹੋ ਜੇ ਪ੍ਰਾਇਓਰਟੀ ਦੀ। ਜੇ ਫਾਈ ਕਰੋ ਤੁਹਾਡੀ ਜਿਹੜੀ ਪ੍ਰਾਇਓਰਟੀ ਡੇਟ ਆ ਜਦ ਤੱਕ ਉਹ ਨਹੀਂ ਆਈ,
ਜਿਵੇਂ ਹੁਣ F4 ਦੇ ਕੇਸਾਂ 'ਚ 2005 ਚੱਲ ਰਿਹਾ ਜੇ, ਤੇ ਜੇ ਤੁਹਾਡਾ ਕੇਸ 2008 ਦਾ 9 ਦਾ ਤਾਂ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਉੱਥੇ ਕਵਰ ਨਹੀਂ ਕਰੇਗਾ। ਤੁਹਾਡੀ ਪਹਿਲਾਂ ਡੇਟ ਜਿਹੜੀ ਪ੍ਰਾਇਓਰਟੀ ਦੀ ਆ ਉਹ ਹੋਣੀ ਚਾਹੀਦੀ ਹੈ ਸੈੱਟ। ਉਦੋਂ ਇਲਾਵਾ ਇਹ ਦੇਖਣਾ ਹੁੰਦਾ ਵੀ ਅਪਲਾਈ ਕਦੋਂ ਹੋਇਆ ਕੇਸ, ਤੇ ਉਸ ਤੋਂ ਇਲਾਵਾ ਅਪਲਾਈ ਹੋਣ ਤੋਂ ਬਾਅਦ ਅਪਰੂਵ ਕਦੋਂ ਹੋਇਆ। ਜਿਹੜਾ ਉਹ ਟਾਈਮ ਹੈ ਉਹ ਬੱਚੇ ਦੀ ਉਮਰ ਜਿਹੜੀ ਆ ਜਦੋਂ ਪ੍ਰਾਇਓਰਟੀ ਡੇਟ ਕਰੰਟ ਹੋ ਗਈ ਉਹ 'ਚੋਂ ਕੱਢਿਆ ਜਾਂਦਾ। ਜੇ ਟਾਈਮ 21 ਸਾਲ ਤੋਂ ਘੱਟ ਰਹਿ ਗਿਆ ਤਾਂ ਬੱਚਾ ਇਹਦੇ ਅੰਦਰ ਕਵਰ ਹੋ ਕੇ ਇੱਥੇ ਆ ਸਕਦਾ। ਅਗਲਾ ਸਵਾਲ ਹੈ ਜੀ ਕਿ ਸਾਨੂੰ ਇਹ ਦੱਸੋ ਕਿ ਮੇਰੀ ਅਸਾਈਲਮ ਇੰਟਰਵਿਊ ਸਤੰਬਰ 'ਚ ਨਿਊਯਾਰਕ ਹੋਈ ਤੇ ਡਿਸੀਜਨ ਪੈਂਡਿੰਗ ਆ, ਕਿੰਨਾ ਟਾਈਮ ਲੱਗੂ? ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ। ਟਾਈਮ ਜਿਹੜਾ ਕਾਫੀ ਲੱਗ ਸਕਦਾ। ਇਮੀਗ੍ਰੇਸ਼ਨ ਜਿਹੜੀ ਹੈਗੀ ਆ, ਜਿਹੜੇ ਖਾਸ ਕਰਕੇ ਅਸਾਈਲਮ ਆਫਿਸ ਵਾਲੇ ਆ, ਕਈ ਵਾਰੀ ਡਿਸੀਜਨ ਦੇਣ ਨੂੰ ਬਹੁਤ ਟਾਈਮ ਲਾਉਂਦੇ ਆ। ਸੋ ਇਹਦੇ ਬਾਰੇ ਤੁਹਾਨੂੰ ਵੇਟ ਕਰਨੀ ਪੈਣੀ, ਤੁਸੀਂ ਜਾ ਕੇ ਉੱਥੇ ਇਨਕੁਆਇਰੀ ਕਰ ਸਕਦੇ ਹੋ ਉੱਦਾਂ। ਅਗਲਾ ਸਵਾਲ ਹੈ ਜੀ ਕਿ ਸਾਡਾ ਅਸਾਈਲਮ ਕੇਸ A6, ਮੇਰੇ ਬੇਟੇ ਕੋਲ A7 ਕੈਟਾਗਰੀ ਦਾ ਗ੍ਰੀਨ ਕਾਰਡ ਆ, ਅਸੀਂ ਇੰਡੀਆ ਜਾ ਸਕਦੇ ਹਾਂ ਕਿ ਨਹੀਂ? ਦੇਖੋ ਇਸ ਤਰ੍ਹਾਂ ਆ ਕਿ ਜਿਹੜਾ ਅਸਾਈਲਮ ਸੀਕਰ ਆ ਉਹਨੇ ਇਹ ਕਿਹਾ ਵੀ ਮੈਨੂੰ ਆਪਣੀ ਕੰਟਰੀ 'ਚ ਖਤਰਾ ਆ, ਉੱਥੇ ਮੈਂ ਜਾ ਨਹੀਂ ਸਕਦਾ। ਤੇ ਤੁਸੀਂ ਜੇ ਉਸੇ ਕੰਟਰੀ 'ਚ ਵਾਪਸ ਜਾਂਦੇ ਹੋ ਦੁਬਾਰਾ, ਤੇ ਜੇ ਤੁਸੀਂ ਆਉਂਦੇ ਏਅਰਪੋਰਟ 'ਤੇ ਤੁਹਾਨੂੰ ਪੁੱਛਗਿੱਛ ਕੀਤੀ ਜਾ ਸਕਦੀ ਆ, ਤੁਹਾਡਾ ਅਸਾਈਲਮ ਕੈਂਸਲ ਵੀ ਕੀਤਾ ਜਾ ਸਕਦਾ, ਡਿਪੈਂਡਿੰਗ ਔਨ ਕਿ ਅਫਸਰ ਕੌਣ ਆ। ਕਈ ਅਫਸਰ ਨਹੀਂ ਕੇਅਰ ਕਰਦੇ, ਪਰ ਕਈ ਜ਼ਿਆਦਾ ਸਖਤ ਹੁੰਦੇ ਆ। ਸੋ ਮੇਰੀ ਸਲਾਹ ਇਹ ਆ ਕਿ ਅਜੇ ਤੁਸੀਂ ਉੱਥੇ ਨਾ ਜਾਓ, ਉੱਥੇ ਟਰੈਵਲ ਨਾ ਕਰੋ। ਅਗਲਾ ਸਵਾਲ ਹੈ ਜੀ ਕਿ ਮੈਂ ਅਸਾਈਲਮ ਅਪਲਾਈ ਕੀਤਾ, ਮੈਰਿਜ ਰਾਹੀਂ ਪੱਕਾ ਹੋਣਾ ਚਾਹੁੰਦਾ, ਕੀ ਮੈਨੂੰ ਕੰਟਰੀ ਆਊਟ ਕਰਨਾ ਪਏਗਾ? ਦੇਖੋ ਵਿਆਹ ਤੇ ਅਮਰੀਕਾ 'ਚ ਪੱਕੇ ਹੋਣ ਲਈ ਇਹ ਜ਼ਰੂਰੀ ਆ ਕਿ ਤੁਹਾਡੀ ਐਂਟਰੀ ਲੀਗਲ ਹੋਵੇ। ਤੁਸੀਂ ਇੱਥੇ ਜਾਂ ਸਟੂਡੈਂਟ ਵੀਜ਼ੇ 'ਤੇ ਆਏ ਹੋ, ਜਾਂ ਤੁਸੀਂ ਵਿਜ਼ਟਰ ਵੀਜ਼ੇ 'ਤੇ ਆਏ ਹੋ, ਜਾਂ ਤੁਸੀਂ H1 'ਤੇ ਆਏ ਹੋ, ਜਾਂ ਤੁਸੀਂ ਇੱਥੇ L1 ਵਗੈਰਾ ਵੀਜ਼ਿਆਂ 'ਤੇ ਆਏ ਹੋਵੋ। C1D ਵੀਜ਼ਾ ਜਿਹੜਾ ਕਿ ਸੀਮੈਨ ਵੀਜ਼ਾ ਹੁੰਦਾ ਉਹ ਨਹੀਂ ਹੋਣਾ ਚਾਹੀਦਾ, ਕਿਉਂਕਿ ਇੱਥੇ ਐਡਜਸਟ ਨਹੀਂ ਹੁੰਦਾ। ਸੋ ਜੇ ਤੁਸੀਂ ਵਿਜ਼ਟਰ ਵੀਜ਼ੇ 'ਤੇ ਆਏ ਆ, ਫਿਰ ਤੁਸੀਂ ਸਿਟੀਜ਼ਨ ਦਾ ਵਿਆਹ ਕਰਾ ਕੇ ਇੱਥੇ ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਲੈ ਸਕਦੇ ਹੋ। ਪਰ ਜੇ ਤੁਹਾਡੀ ਐਂਟਰੀ ਜਿਹੜੀ ਆ ਉਹ ਲੀਗਲ ਨਹੀਂ ਹੈਗੀ, ਤੁਸੀਂ ਬਾਰਡਰ ਕ੍ਰਾਸ ਕਰਕੇ ਆਏ ਆ, ਤੁਸੀਂ ਵਿਆਹ ਕਰਾ ਸਕਦੇ ਹੋ, ਪਰ ਤੁਹਾਡੀ ਇੰਟਰਵਿਊ ਇੰਡੀਆ 'ਚ ਹੋਣੀ ਹੈ ਜਾਂ ਆਪਣੀ ਕੰਟਰੀ ਦੇ ਵਿੱਚ। ਸੋ ਇਸ ਕਰਕੇ ਇੱਥੇ ਗ੍ਰੀਨ ਕਾਰਡ ਨਹੀਂ ਮਿਲੂਗਾ, ਵਾਪਸ ਜਾਣਾ ਪਊਗਾ। ਜਿਹੜਾ ਇੱਥੇ ਦਾ ਕੇਸ ਆ ਉਹਨੂੰ ਟਰਮੀਨੇਟ ਕਰਾਉਣੇ ਪੈਣੀਆਂ ਪ੍ਰੋਸੀਡਿੰਗਸ, ਅਤੇ ਤੁਸੀਂ 601A ਇੱਕ ਵੇਵਰ ਹੁੰਦਾ ਉਹ ਫਾਈਲ ਕਰ ਸਕਦੇ ਹੋ ਇੱਥੋਂ, ਜਿਹੜੀ ਪ੍ਰੋਸੀਡਿੰਗ ਟਰਮੀਨੇਟ ਕਰਨ ਤੋਂ ਬਾਅਦ। ਲੇਕਿਨ ਆਪਣੀ ਕੰਟਰੀ ਜਾਣਾ ਪਏਗਾ ਜੇ ਲੀਗਲ ਐਂਟਰੀ ਨਹੀਂ। ਜੇ ਐਂਟਰੀ ਲੀਗਲ ਆ, ਤੁਹਾਡੇ ਕੋਲ ਵਿਜ਼ਟਰ ਵੀਜ਼ਾ ਆ ਜਾਂ ਸਟੂਡੈਂਟ ਵੀਜ਼ਾ ਜਾਂ H1 ਵੀਜ਼ਾ ਇਸ ਕਿਸਮ ਦਾ, ਫਿਰ ਇੱਥੇ ਹੀ ਤੁਹਾਨੂੰ ਜਿਹੜਾ ਹੈ ਉਹ ਗ੍ਰੀਨ ਕਾਰਡ ਮਿਲ ਸਕਦਾ ਜੇ ਸਿਟੀਜ਼ਨ ਨਾਲ ਤੁਹਾਡਾ ਵਿਆਹ ਹੋਵੇ। ਅਗਲਾ ਸਵਾਲ ਹੈ ਜੀ ਕਿ ਅਗਰ ਇੰਡੀਵਿਜੂਅਲ ਹੀਅਰਿੰਗ 'ਤੇ ਕਿਸੇ ਦਾ ਕੇਸ ਫੇਲ ਹੋ ਜਾਏ ਤੇ ਵਰਕ ਪਰਮਿਟ 'ਤੇ ਅਸਰ ਪਏਗਾ ਕਿ ਨਹੀਂ ਪਏਗਾ? ਦੇਖੋ ਇਸ ਤਰ੍ਹਾਂ ਹੈਗਾ ਕਿ ਜੇ ਕੇਸ ਫੇਲ ਹੋ ਗਿਆ ਉਹ ਤੋਂ ਬਾਅਦ ਤੁਸੀਂ ਅਪੀਲ ਕਰਤੀ, 30 ਦਿਨ ਹੁੰਦੇ ਆ ਅਪੀਲ ਕਰਨ ਦੇ। ਜੇ ਅਪੀਲ ਫਾਈਲ ਕਰ ਦਿੰਦੇ ਉਹਦੇ ਵਿੱਚ ਆਫਟਰ ਦੈਟ ਵਰਕ ਪਰਮਿਟ ਆਮ ਤੌਰ 'ਤੇ ਮਿਲਦਾ ਰਹਿੰਦਾ, ਪਰ ਫਿਰ ਵੀ ਜਿਹੜਾ ਹੈਗਾ ਡਿਪੈਂਡ ਹਰੇਕ ਕੇਸ ਦੇ ਉੱਤੇ ਤਾਂ ਕਰਦਾ ਹੀ ਆ ਕਿ ਕਿੰਨੇ ਦਿਨ ਕਲੌਕ 'ਤੇ ਹੋਇਆ, ਕੀ ਹੈ ਸਾਰਾ। ਪਰ ਅਪੀਲ ਫਾਈਲ ਕਰਨੀ ਜ਼ਰੂਰੀ ਹੈ। ਜੇ ਅਪੀਲ ਚੱਲਦੀ ਆ ਤਾਂ ਫਿਰ ਉਹਦੇ ਵਿੱਚ ਵਰਕ ਪਰਮਿਟ ਮਿਲਣ ਦੇ ਚਾਂਸਸ ਜਿਹੜੇ ਆ ਉਹ ਵੱਧ ਜਾਂਦੇ ਆ। ਅਗਲਾ ਸਵਾਲ ਹੈ ਜੀ ਕਿ F2A ਕੈਟਾਗਰੀ ਬਾਰੇ ਜਾਣਕਾਰੀ ਦਿਓ। ਜਿਹੜਾ ਵੀਜ਼ਾ ਬੁਲੇਟਿਨ ਹੈਗਾ ਪਿਛਲਾ ਸਪਟੈਂਬਰ ਦਾ, ਇਹਦੇ ਵਿੱਚ ਜਿਹੜੀ F2A ਕੈਟਾਗਰੀ ਆ ਇਹਦੇ 'ਚ ਚੱਲ ਰਿਹਾ ਜੀ ਕਰੰਟ। ਲੇਕਿਨ ਕਰੰਟ ਦਾ ਮਤਲਬ ਇਹ ਨਹੀਂ ਹੈ ਕਿ ਸਾਰਿਆਂ ਨੂੰ ਹੀ ਵੀਜ਼ੇ ਮਿਲ ਰਹੇ ਆ। ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ ਕਿ F2A ਕੈਟਾਗਰੀ ਹੈਗੀ ਹੈ ਜਿਹੜੇ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਤੇ 21 ਸਾਲ ਤੋਂ ਘੱਟ ਬੱਚੇ ਆ ਉਹਨਾਂ ਦੀ। ਸੋ ਇਸ ਕੈਟਾਗਰੀ ਦੇ ਵਿੱਚ ਜਿਹੜੀ ਹੈਗੀ ਆ ਵੇਟਿੰਗ ਪੀਰੀਅਡ ਉਸ ਕਿਸਮ ਦਾ ਨਹੀਂ ਹੈ ਕਿ ਜਿਵੇਂ F4 ਕੈਟਾਗਰੀ 'ਚ ਸਤੰਬਰ 2005 ਚੱਲਦਾ ਜਾਂ F3 'ਚ ਨਵੰਬਰ 2008 ਚੱਲਦਾ। ਇਹ ਕਰੰਟ ਆ, ਪਰ ਕਰੰਟ ਦੇ ਵਿੱਚ ਵੀ ਕਾਫੀ ਜ਼ਿਆਦਾ ਡਿਲੇ ਆ। ਜ਼ਿਆਦਾ ਲੋਕਾਂ ਨੂੰ ਜਿਹੜੇ ਹੈਗੇ ਉਹ 60 ਦਿਨ ਦੇ ਨੋਟਿਸ ਆ ਰਹੇ ਆ ਕਿ 60 ਡੇਜ਼ ਦੇ ਵਿੱਚ ਤੁਸੀਂ ਜਿਹੜਾ ਹੈਗਾ ਉਹ ਤੁਹਾਨੂੰ ਦੱਸਾਂਗੇ। ਸੋ ਵੇਟ ਕਰੋ, 60 ਡੇ ਵੇਟ ਕਰੋ ਇਸ ਤਰ੍ਹਾਂ। ਪਰ ਅਜੇ ਤੱਕ ਉਹ ਜ਼ਿਆਦਾ ਜਿਹੜੀ ਹੈਗੀ ਤੇਜ਼ੀ ਇਹਨੇ ਨਹੀਂ ਫੜੀ। ਅਗਲਾ ਸਵਾਲ ਹੈ ਜੀ ਕਿ ਮੈਂ ਟਰੈਵਲ ਡਾਕੂਮੈਂਟ ਅਪਲਾਈ ਕੀਤਾ, ਜੂਨ 2022 'ਚ ਕਿੰਨਾ ਟਾਈਮ ਲੱਗੂਗਾ? ਟਾਈਮ ਲੱਗੂਗਾ ਜੀ, ਇਹਨੂੰ ਕਾਫੀ ਟਾਈਮ ਲੱਗੂਗਾ। ਅੱਜ ਕੱਲ੍ਹ ਤਕਰੀਬਨ 3 ਤੋਂ 6 ਮਹੀਨੇ ਲੱਗ ਰਹੇ ਆ, ਡਿਪੈਂਡਿੰਗ ਔਨ ਕਿ ਕੀ ਸਿਚੁਏਸ਼ਨ ਆ, ਕੀ ਕੇਸ ਆ, ਪਰ ਟਾਈਮ ਲੱਗੇਗਾ। ਅਗਲਾ ਸਵਾਲ ਹੈ ਜੀ ਕਿ ਇੰਡੀਆ ਤੋਂ ਵਰਕ ਪਰਮਿਟ ਅਪਲਾਈ ਕਰ ਸਕਦਾ ਹੈ USA ਦਾ ਕਿ ਨਹੀਂ? ਇੰਡੀਆ ਤੋਂ ਕੋਈ ਵਰਕ ਪਰਮਿਟ ਅਪਲਾਈ ਨਹੀਂ ਜੀ ਹੁੰਦਾ। ਜਿਹੜੇ ਬੰਦੇ ਕਰਦੇ ਆ ਇੱਥੇ ਆ ਕੇ ਕਰਦੇ ਆ, ਜਿਵੇਂ ਕਿ ਆਉਂਦੇ ਆ ਉਹ ਅਸਾਈਲਮ ਦਾ ਕੇਸ ਕਰਦੇ ਆ, ਉਹ 'ਚ ਵਰਕ ਪਰਮਿਟ ਉਹਨਾਂ ਨੂੰ 6 ਮਹੀਨੇ ਬਾਅਦ ਮਿਲਦਾ ਹੈ SAP ਦੀ ਮੈਂਬਰਸ਼ਿਪ ਲੈ ਕੇ। ਅਤੇ ਕਈ ਜਿਹੜੇ ਹੁਣ US ਸਿਟੀਜ਼ਨ ਨਾਲ ਵਿਆਹ ਕਰਾਉਂਦੇ ਆ ਜਾਂ ਲੀਗਲ ਐਂਟਰੀ ਆ ਜੇ ਵੀਜ਼ਾ ਲੈ ਕੇ ਆਏ ਉਹਨਾਂ ਨੂੰ ਮਿਲਦਾ, ਜਾਂ H1 ਵਗੈਰਾ। ਇੰਡੀਆ ਤੋਂ H1 ਵਾਲੇ ਆ ਸਕਦੇ ਆ, ਪਰ ਉਹ 'ਚ ਲੋਟਰੀ ਆ। ਪਰ ਇੱਦਾਂ ਇੰਡੀਆ ਤੋਂ ਸਿੱਧਾ ਵਰਕ ਪਰਮਿਟ ਕੋਈ ਅਪਲਾਈ ਨਹੀਂ ਹੁੰਦਾ। ਅਗਲਾ ਸਵਾਲ ਹੈ ਜੀ ਕਿ ਅਸੀਂ ਆਪਣਾ ਵਰਕ ਪਰਮਿਟ ਰਿਨਿਊ ਕਰਾਉਂਦੇ ਹਾਂ ਤਾਂ ਅਪਰੂਵਲ ਲੈਟਰ ਆ ਜਾਂਦਾ, ਕੀ ਅਸੀਂ ਉਸ ਅਪਰੂਵਲ ਲੈਟਰ 'ਤੇ ਡਰਾਈਵਰ ਲਾਇਸੈਂਸ ਰਿਨਿਊ ਕਰ ਸਕਦੇ ਹਾਂ? ਜਦੋਂ ਵੀ ਤੁਸੀਂ ਕੇਸ ਅਪਲਾਈ ਕਰਦੇ ਹੋ ਉਹਦੇ ਤੁਹਾਨੂੰ ਉਹਨਾਂ ਦਾ ਲੈਟਰ ਮਿਲਦਾ, ਉਹ ਲੈਟਰ ਦਿਖਾ ਕੇ ਜੇ DMV ਮੰਨੇ ਤੁਸੀਂ ਰਿਨਿਊ ਕਰ ਸਕਦੇ ਹੋ। ਪਰ ਕਈ ਕੇਸਾਂ ਦੇ ਵਿੱਚ ਜਿਹੜੇ ਕਿ ਜਿਵੇਂ ਰਿਨਿਊ ਕਰਾਉਂਦੇ ਆ ਵਰਕ ਪਰਮਿਟ, ਜਿਵੇਂ ਕਿਸੇ ਦਾ ਵਰਕ ਪਰਮਿਟ ਹੈਗਾ ਖਤਮ ਹੋ ਰਿਹਾ
2 ਸਾਲ ਦਾ, तो उन्हें रिन्यू नहीं किया, ਉਹਨੂੰ ਅੱਜ ਕੱਲ੍ਹ 1.5 ਸਾਲ ਦਾ ਐਕਸਟੈਂਸ਼ਨ ਭੇਜ ਦਿੰਦੇ ਆ। ਉਹ ਲੈਟਰ 'ਤੇ ਲਿਖਿਆ ਹੁੰਦਾ 1.5 ਸਾਲ ਐਕਸਟੈਂਡਡ, ਉਹਨੂੰ DMV ਆਰਡਰ ਕਰਦੀ ਆ ਆਮ ਤੌਰ 'ਤੇ, ਅਤੇ ਤੁਹਾਡਾ ਜਿਹੜਾ ਲਾਇਸੈਂਸ ਹੈ ਉਹਨੂੰ ਰਿਨਿਊ ਕਰ ਦਿੰਦੀ ਹੈ। ਅਗਲਾ ਸਵਾਲ ਹੈ ਜੀ ਕਿ F ਬਾਰੇ ਦੱਸੋ ਕਿ ਕਦੋਂ ਪੇਪਰ ਖੁੱਲ੍ਹਣਗੇ। ਇਹਦੇ ਬਾਰੇ ਅਜੇ ਕੁਛ ਨਹੀਂ ਕਹਿ ਸਕਦੇ ਜੀ, ਕੋਸ਼ਿਸ਼ਾਂ ਸਾਡੀਆਂ ਜਾਰੀ ਆ, ਪਰ ਅਜੇ ਕੁਛ ਨਹੀਂ ਕਿ ਕਦੋਂ ਇਹਦੀ ਜਿਹੜੀ ਹੈਗੀ ਫਾਸਟ ਹੋਊਗਾ, ਜਿਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅਗਲਾ ਸਵਾਲ ਹੈ ਜੀ ਕਿ ਬਾਰਡਰ ਕ੍ਰੋਸ ਕਰਨ ਵਾਲਿਆਂ ਦੀ ਜਿਹੜੀ ਆ ਉਹ ਕੁਛ ਹੋ ਰਿਹਾ ਉਹਨਾਂ ਦੇ ਕੇਸਾਂ ਦਾ ਕਿ ਨਹੀਂ ਹੋ ਰਿਹਾ, ਵੀ ਇਹ ਜਿਹੜੇ ਬਾਰਡਰ ਕ੍ਰੋਸ ਕਰਕੇ ਆਉਂਦੇ ਇਹਨਾਂ ਨੂੰ ਵਰਕ ਪਰਮਿਟ ਕਦੋਂ ਮਿਲਦਾ। ਦੇਖੋ ਇਸ ਤਰ੍ਹਾਂ ਹੈ ਜੀ ਕਿ ਪਹਿਲੀ ਗੱਲ ਤਾਂ ਜਿਹੜੇ ਬਾਰਡਰ ਕ੍ਰੋਸ ਕਰਕੇ ਆਉਂਦੇ ਗਲਤ ਹੈ, ਸਹੀ ਨਹੀਂ ਹੈ, ਅਮਰੀਕਨ ਲਾਅ ਦੀ ਵਾਇਲੇਸ਼ਨ ਆ। ਸੋ ਇਸ ਤਰ੍ਹਾਂ ਕਿਸੇ ਨੂੰ ਨਹੀਂ ਆਉਣਾ ਚਾਹੀਦਾ, ਕਿਉਂਕਿ ਜਿਹੜਾ ਰਸਤਾ ਆ ਉਹ ਵੀ ਖਤਰਨਾਕ ਹੈ। ਕੋਈ ਗਰੰਟੀ ਨਹੀਂ ਕਿ ਬੰਦਾ ਬਾਹਰ ਆ ਜਾਏ। ਖਾਸ ਕਰਕੇ ਜਿਹੜੇ ਕਈ ਕੈਂਪ ਨੇ ਇੱਥੇ ਅਮਰੀਕਾ 'ਚ, ਸੈਨ ਡੀਏਗੋ ਹੋ ਗਿਆ, ਕਲੈਕਸੀਕੋ ਵਗੈਰਾ ਨੇ, ਉੱਥੇ ਇੰਟਰਵਿਊ ਹੁੰਦੀ ਆ ਅਤੇ ਕਈ ਵਾਰੀ ਬਿਆਨਾਂ 'ਚ ਫੇਲ ਕਰ ਦਿੰਦੇ ਕ੍ਰੈਡੀਬਲ ਫੀਅਰ ਦੇ ਵਿੱਚ, ਜਿਹਦੇ ਕਰਕੇ ਕੋਈ ਸ਼ੋਰਟੀ ਨਹੀਂ। ਪਰ ਜੇ ਚਲੋ ਛੱਡ ਦੇਣ, ਬਾਹਰ ਆ ਜਾਵੇ, ਤਾਂ ਉਹ ਆਪਣਾ ਸੈਲਮ ਦਾ ਕੇਸ ਲਾ ਸਕਦਾ। ਸੈਲਮ ਦਾ ਕੇਸ ਲਾ ਕੇ ਅਤੇ ਉਹਨੂੰ ਫਿਰ 6 ਮਹੀਨੇ ਬਾਅਦ ਜੇ ਕਲੌਕ ਚੱਲਦਾ ਰਹੇ ਤਾਂ ਵਰਕ ਪਰਮਿਟ ਮਿਲ ਸਕਦਾ, ਫਿਰ ਉਹ ਆਪਣਾ ਕੇਸ ਲੜ ਸਕਦਾ। ਸੋ ਇਹ ਸਿਚੁਏਸ਼ਨ ਆ, ਪਰ ਕੋਈ ਇੱਦਾਂ ਦੀ ਗਰੰਟੀ ਨਹੀਂ ਹੈਗੀ ਵੀ ਆਪਾਂ ਕਹੀਏ ਵੀ ਜਿਹੜਾ ਆ ਗਿਆ ਉਹਨੂੰ ਛੱਡ ਹੀ ਦੇਣਾ ਇਹਨਾਂ ਨੇ। ਠੀਕ ਹੈ, ਇਹ ਸਰਕਾਰ ਪਿਛਲੀ ਸਰਕਾਰ ਦੇ ਮੁਕਾਬਲੇ ਬਹੁਤ ਨਰਮ ਹੈ। ਜਿਹੜੀ ਪਹਿਲਾਂ ਸਰਕਾਰ ਸੀ ਟਰੰਪ ਦੀ, ਬਹੁਤ ਸਖਤੀ ਸੀ, ਉਹਦੇ ਵਿੱਚ ਉਹ ਜਿਹੜੇ ਹੈਗੇ ਆ ਜ਼ਿਆਦਾ ਲੋਕਾਂ ਨੂੰ ਡਿਪੋਰਟ ਕਰਦੇ ਸੀ, ਛੱਡਦੇ ਨਹੀਂ ਸੀ। ਪਰ ਇਹ ਸਰਕਾਰ ਛੱਡ ਰਹੀ ਆ। ਪਰ ਇਹਦਾ ਮਤਲਬ ਇਹ ਵੀ ਨਹੀਂ ਵੀ ਜਿਹੜਾ ਆਉਂਦਾ ਉਹਨੂੰ ਛੱਡ ਦਿੰਦੇ। ਕਾਫੀ ਬੰਦੇ ਅਜੇ ਜੇਲ੍ਹਾਂ ਦੇ ਵਿੱਚ ਹੈਗੇ ਜਿਨ੍ਹਾਂ ਦੇ ਕਿ ਬੌਂਡ ਡਿਨਾਈ ਹੋਏ ਆ ਜਾਂ ਬਿਆਨ ਫੇਲ ਹੋਏ ਆ, ਇਹ ਵੀ ਸਿਚੁਏਸ਼ਨ ਹੈਗੀ ਹੈ। ਅਗਲਾ ਸਵਾਲ ਹੈ ਜੀ ਕਿ ਸੈਕਰਾਮੈਂਟੋ ਕੋਰਟ ਦੀ ਕੀ ਸਿਚੁਏਸ਼ਨ ਆ। ਸੈਕਰਾਮੈਂਟੋ ਕੋਰਟ 'ਚ ਡੇਟਾ ਜਲਦੀ ਮਿਲ ਰਹੀਆਂ ਜੀ ਸੈਨ ਫਰਾਂਸਿਸਕੋ ਨਾਲੋਂ, ਅਤੇ ਅਪਰੂਵ ਵੀ ਸਾਡੇ ਆ 2 ਕੇਸ ਸੈਕਰਾਮੈਂਟੋ ਆਹ ਵੀਕ ਜਿਹੜੇ ਪਾਸ ਹੋਏ ਆ, ਦੋਨੇ ਸੈਕਰਾਮੈਂਟੋ ਹੀ ਸੀਗੇ, ਅਤੇ ਇਸ ਕਰਕੇ ਇਸੇ ਵੀਕ ਆਪਣੇ ਕੇਸ ਪਾਸ ਹੋਏ। ਸੋ ਉਹ ਜਿਹੜੇ ਕੇਸ ਹੈਗੇ ਆ ਉਹ ਪਾਸ ਹੁੰਦੇ ਨੇ, ਡੇਟ ਜਲਦੀ ਮਿਲਦੀ ਆ। ਸੈਨ ਫਰਾਂਸਿਸਕੋ ਦੇ ਮੁਕਾਬਲੇ ਡੇਟ ਜਿਹੜੀ ਜਲਦੀ ਮਿਲ ਰਹੀ ਹੈ। ਅਗਲਾ ਸਵਾਲ ਹੈ ਜੀ ਕਿ ਅੰਡਰ 18 ਨੂੰ ਡਿਪੋਰਟ ਕਰਦੇ ਆ ਕਿ ਨਹੀਂ। ਇੱਦਾਂ ਦਾ ਕੋਈ ਲਾ ਨਹੀਂ ਜੀ, ਅੰਡਰ 18 ਨੂੰ ਵੀ ਡਿਪੋਰਟ ਕਰ ਸਕਦੇ ਆ ਜੇ ਡੈਪੋਟੇਸ਼ਨ ਲੱਗੀ ਹੋਵੇ, ਪਰ ਆਮ ਤੌਰ 'ਤੇ ਜਿਹੜੇ ਛੋਟੀ ਉਮਰ ਦੇ ਉਹਨਾਂ ਦੇ ਬਿਆਨ ਨਹੀਂ ਹੁੰਦੇ, ਉਹਨਾਂ ਨੂੰ ਕਿਸੇ ਜਿਹੜਾ ਗਰੰਟਰ ਹੈਗਾ ਜਾਂ ਗਾਰਡੀਅਨ ਉਹਦੇ ਕੋਲ ਛੱਡ ਦਿੰਦੇ ਆ। ਪਰ ਡੈਪੋਟੇਸ਼ਨ 'ਤੇ ਇਸ ਕਿਸਮ ਦਾ ਕੋਈ ਲਾ ਨਹੀਂ ਵੀ 18 ਸਾਲ ਤੋਂ ਘੱਟ ਵਾਲੇ ਨੂੰ ਡਿਪੋਰਟ ਨਹੀਂ ਸਰਕਾਰ ਕਰ ਸਕਦੀ। ਡਿਪੋਰਟ ਉਹ ਕਿਸੇ ਨੂੰ ਵੀ ਕਰ ਸਕਦੇ ਜਿਹਦੇ ਉੱਤੇ ਡੈਪੋਟੇਸ਼ਨ ਲੱਗੀ ਹੈ। ਅਗਲਾ ਸਵਾਲ ਹੈ ਜੀ ਕਿ ਇਹ ਕਹਿ ਰਹੇ ਆ ਕਿ ਮੈਂ ਪੋਰਚੁਗਲ ਦਾ ਸਿਟੀਜ਼ਨ ਹਾਂ, ਅਮਰੀਕਾ 'ਚ ਕਿਵੇਂ ਸੈਟਲ ਹੋ ਸਕਦਾ। ਇਹ ਤਾਂ ਕੋਈ ਤਰੀਕਾ ਨਹੀਂ ਜੀ, ਤੁਸੀਂ ਪੋਰਚੁਗਲ ਦੇ ਹੈਗੇ ਹੋ, ਇੱਥੇ ਤੁਹਾਨੂੰ ਵਰਕ ਪਰਮਿਟ ਮਿਲ ਜੂ ਜਾਂ ਗ੍ਰੀਨ ਕਾਰਡ ਮਿਲ ਜੂਗਾ। ਈਵਨ ਕਿਸੇ ਹੋਰ ਮੁਲਕ ਦਾ ਵੀ ਸਿਟੀਜ਼ਨ ਹੋਵੇ, ਜਿਵੇਂ ਕੋਈ ਕੈਨੇਡੀਅਨ ਸਿਟੀਜ਼ਨ ਆ, ਆਸਟ੍ਰੇਲੀਅਨ ਜਾਂ ਇੰਗਲੈਂਡ ਦਾ ਸਿਟੀਜ਼ਨ ਆ, ਯੂਰਪ ਦੀ ਕਿਸੇ ਕੰਟਰੀ ਦਾ ਆ, ਉਹ ਇੱਥੇ ਆ ਕੇ ਆਪਣੇ ਆਪ ਪੱਕਾ ਹੋ ਜੂ। ਇਹੋ ਜਿਹਾ ਕੋਈ ਲਾ ਅਮਰੀਕਾ ਦੇ ਵਿੱਚ ਨਹੀਂ ਹੈ। ਅਗਲਾ ਸਵਾਲ ਹੈ ਜੀ ਕਿ ਮੇਰੇ ਬੇਟੇ ਨੇ 3 ਦਿਨ ਪਹਿਲਾਂ ਬਾਰਡਰ ਕ੍ਰੋਸ ਕੀਤਾ, ਉਹ ਪਾਸਪੋਰਟ ਨਹੀਂ ਲੈ ਕੇ ਆਇਆ ਅਤੇ ਹੁਣ ਪਤਾ ਨਹੀਂ ਛੱਡਿਆ ਜਾਊਗਾ ਕਿ ਨਹੀਂ। ਇਹ ਡਿਪੈਂਡ ਕਰੂਗਾ ਜੀ ਕਿਹੜੇ ਸੈਂਟਰ ਦੇ ਵਿੱਚ ਆ। ਸੋ ਕਈ ਸੈਂਟਰ ਜਿਹੜੇ ਨੇ ਉੱਥੇ ਛੱਡ ਦਿੰਦੇ ਆ, ਪਰ ਕਈ ਜਿਹੜੇ ਹੈਗੇ ਡਿਟੈਂਸ਼ਨ ਸੈਂਟਰ ਉੱਥੇ ਸਖਤੀ ਜ਼ਿਆਦਾ, ਉੱਥੇ ਨਹੀਂ ਛੱਡਦੇ, ਜਿਨ੍ਹਾਂ ਵਿੱਚ ਕਿ ਕਲੈਕਸੀਕੋ ਆ, ਸੈਨ ਡੀਏਗੋ ਆ, ਲੂਜ਼ੀਆਨਾ ਆ, ਇਹਨਾਂ ਕੈਂਪਾਂ ਦੇ ਵਿੱਚ ਬਹੁਤ ਜ਼ਿਆਦਾ ਸਖਤੀ ਹੈ। ਅਗਲਾ ਸਵਾਲ ਹੈ ਜੀ ਕਿ ਮੇਰੀ ਵਾਈਫ ਅਤੇ ਮੇਰਾ ਬੱਚਾ US ਸਿਟੀਜ਼ਨ ਆ, ਉਹਨਾਂ ਦੇ ਕੋਲ ਮੈਡੀਕੇਡ ਆ 3 ਸਾਲਾਂ ਤੋਂ, ਅਤੇ ਮੈਡੀਕੇਡ ਜਿਹੜਾ ਹੈ ਉਹ ਮੈਂ ਸਿਟੀਜ਼ਨਸ਼ਿਪ ਅਪਲਾਈ ਕੀਤੀ ਆ, ਅਤੇ ਕੋਈ ਇਫੈਕਟ ਪਏਗਾ ਕਿ ਨਹੀਂ। ਸਿਟੀਜ਼ਨਸ਼ਿਪ 'ਤੇ ਜਿਹੜਾ ਹੈਗਾ ਉਹ ਪਬਲਿਕ ਬੈਨੀਫਿਟ ਦਾ ਜਿਹੜਾ ਇਸ ਤਰ੍ਹਾਂ ਦਾ ਇਫੈਕਟ ਪੈ ਵੀ ਸਕਦਾ, ਅਤੇ ਮੈਂ ਤੁਹਾਨੂੰ ਇਹੀ ਸਲਾਹ ਦਊਂਗਾ ਵੀ ਤੁਸੀਂ ਜਿਹੜੇ ਵੈਲਫੇਅਰ ਅਤੇ ਜਿਹੜੇ ਹੈਗੇ ਆ ਆਪਣਾ ਲੌਂਗ ਟਰਮ ਜਿਹੜੀ ਮੈਡੀਕਲ ਕੇਅਰ ਸਰਕਾਰੀ ਉਹ ਨਾ ਲਓ, ਕਿਉਂਕਿ ਇਹਨਾਂ ਦਾ ਇਫੈਕਟ ਜਿਹੜਾ ਉਹ ਜਿਹੜਾ ਪਬਲਿਕ ਚਾਰਜ ਰੂਲ ਜਿਹੜਾ ਨਵਾਂ ਆ ਦਸੰਬਰ ਤੋਂ ਲਾਗੂ ਹੋਣਾ, ਲੇਕਿਨ ਉਹ ਜ਼ਿਆਦਾ ਸਿਟੀਜ਼ਨਸ਼ਿਪ ਦੇ ਕੇਸਾਂ ਲਈ ਨਹੀਂ ਆ। ਉਹ ਜ਼ਿਆਦਾ ਉਹਨਾਂ ਲਈ ਆ ਜਿਨ੍ਹਾਂ ਨੇ ਇਮੀਗ੍ਰੈਂਟ, ਜਿਵੇਂ ਪਟੀਸ਼ਨਾਂ ਕੀਤੀਆਂ, ਕਿਸੇ ਨੇ ਆਪਣੇ ਭਰਾ ਭੈਣ ਲਈ ਕੀਤੀ ਆ, ਕਿਸੇ ਨੇ ਆਪਣੇ ਬੱਚਿਆਂ ਲਈ ਕੀਤੀ, ਜਾਂ ਹਸਬੈਂਡ ਵਾਈਫ ਲਈ ਕੀਤੀ, ਜਿਨ੍ਹਾਂ ਨੇ ਬਾਹਰੋਂ ਆਉਣਾ ਗ੍ਰੀਨ ਕਾਰਡ ਲੈ ਕੇ, ਉਹਨਾਂ 'ਤੇ ਲਾਗੂ ਆ। ਪਰ ਫਿਰ ਵੀ ਈਵਨ ਤੁਸੀਂ ਸਿਟੀਜ਼ਨਸ਼ਿਪ ਅਪਲਾਈ ਕੀਤੀ ਆ, ਲੇਕਿਨ ਜਿਹੜੇ ਸਰਕਾਰੀ ਬੈਨੀਫਿਟ ਨੇ, ਖਾਸ ਕਰਕੇ ਵੈਲਫੇਅਰ ਜਾਂ ਲੌਂਗ ਟਰਮ ਮੈਡੀਕਲ ਕੇਅਰ, ਉਹ ਤੁਹਾਨੂੰ ਨਹੀਂ ਲੈਣੇ ਚਾਹੀਦਾ। ਅਗਲਾ ਸਵਾਲ ਹੈ ਜੀ ਕਿ ਪੋਲੀਟੀਕਲ ਅਸਾਈਲਮ ਦੇ ਕੇਸ 'ਤੇ ਮੈਨੂੰ ਕੋਈ ਡੇਟ ਨਹੀਂ ਮਿਲ ਰਹੀ। ਜਿਹੜੇ ਅਸਾਈਲਮ ਆਫਿਸ ਦੇ ਕੇਸ ਨੇ ਉਹਨਾਂ 'ਚ ਵਾਕਈ ਡੇਟਾ ਨਹੀਂ ਹੈ ਜੇ ਦੇ ਰਹੇ ਕਾਫੀ ਕੇਸਾਂ ਦੇ ਵਿੱਚ, ਅਤੇ ਉਹ ਤੁਹਾਨੂੰ ਫਿਰ ਵੇਟ ਕਰਨੀ ਪੈਣੀ ਹੈ, ਜਾ ਕੇ ਇਨਕੁਆਇਰੀ ਕਰਨੀ ਪੈਣੀ ਹੈ। ਇਹਦਾ ਇਹੀ ਰਸਤਾ ਆ, ਹੋਰ ਕੋਈ ਰਸਤਾ ਨਹੀਂ ਹੈ। ਅਤੇ ਲੇਕਿਨ ਇਹ ਆ ਵੀ ਵਰਕ ਪਰਮਿਟ ਦੇ ਦਿੰਦੇ, ਪਰ ਡੇਟਾ ਅਜੇ ਵਾਕਈ ਮਤਲਬ ਕਾਫੀ ਕੇਸਾਂ ਡੇਟਾ ਨਹੀਂ ਦੇ ਰਹੇ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਜੇ ਕਿਸੇ ਦੀ ਹਸਬੈਂਡ ਦੀ ਇੱਥੇ ਅਮਰੀਕਾ ਵਿੱਚ ਡੈਥ ਹੋ ਜਾਵੇ ਤਾਂ ਉਸ ਦੀ ਫੈਮਿਲੀ ਜਿਹੜੀ ਆ
ਉਹ ਗ੍ਰੀਨ ਕਾਰਡ ਤੇ ਪੇਪਰ ਲੱਗੇ ਹੋਏ ਆ ਸਕਦੀ ਹੈ ਕਿ ਨਹੀਂ। ਇਹ ਡਿਪੈਂਡ ਕਰਦਾ ਜੀ ਅਪਰੂਵਲ ਹੋਈ ਆ ਕਿ ਨਹੀਂ। ਜੇ ਪਟੀਸ਼ਨ ਅਪਰੂਵ ਆ ਉਹਦੀ ਹੋਰ ਸਿਚੁਏਸ਼ਨ ਆ, ਜੇ ਪਟੀਸ਼ਨ ਨਹੀਂ ਅਪਰੂਵ ਹੋਈ ਉਹਦੀ ਹੋਰ ਸਿਚੁਏਸ਼ਨ ਆ। ਬਾਕੀ ਹਰੇਕ ਕੇਸ ਦਾ ਡਿਫਰੈਂਟ ਹਿਸਾਬ ਆ, ਇਹਦੇ ਬਾਰੇ ਕੋਈ ਆਪਾਂ ਇੱਦਾਂ ਜਵਾਬ ਨਹੀਂ ਦੇ ਸਕਦੇ। ਆਮ ਤੌਰ 'ਤੇ ਡੈਥ ਹੋਣ ਦੇ ਨਾਲ ਕੇਸ ਖਤਮ ਹੋ ਜਾਂਦਾ ਜਿਹੜੀ ਪਟੀਸ਼ਨ ਹੁੰਦੀ ਆ, ਪਰ ਕਈ ਹਾਲਾਤਾਂ ਦੇ ਵਿੱਚ ਜਿਹੜੀ ਆ ਉਹ ਅੱਗੇ ਹਿਊਮੈਨਿਟੇਰੀਅਨ ਬੇਸਿਸ 'ਤੇ ਪਟੀਸ਼ਨ ਕੰਟੀਨਿਊ ਕੀਤੀ ਜਾ ਸਕਦੀ ਹੈ, ਪਰ ਉਹ ਡਿਪੈਂਡ ਕੇਸ 'ਤੇ ਕਰਦਾ। ਅਗਲਾ ਸਵਾਲ ਹੈ ਜੀ ਕਿ ਅਕਤੂਬਰ ਮਹੀਨੇ 'ਚ ਮੈਂ ਬਾਰਡਰ ਕ੍ਰੋਸਿੰਗ ਕਰਨੀ ਆ, ਕੀ ਮੇਰੇ 'ਤੇ ਨਵਾਂ ਰੂਲ ਲਾਗੂ ਹੋਏਗਾ ਕਿ ਨਹੀਂ। ਦੇਖੋ, ਪਹਿਲੀ ਗੱਲ ਤਾਂ ਮੈਂ ਇਹ ਸਲਾਹ ਨਹੀਂ ਦਿੰਦਾ ਵੀ ਬਾਰਡਰ ਕ੍ਰੋਸਿੰਗ ਤੁਸੀਂ ਕਰੋ, ਕਿਉਂਕਿ ਇਹ ਲਾਅ ਦੀ ਵਾਇਲੇਸ਼ਨ ਹੈ, ਗਲਤ ਆ। ਸੋ ਮੇਰੀ ਸਲਾਹ ਇਹੀ ਹੈ ਵੀ ਬਾਰਡਰ ਕ੍ਰੋਸ ਕਰਕੇ ਤੁਸੀਂ ਨਾ ਆਓ। ਦੂਜੀ ਗੱਲ, ਤੁਹਾਨੂੰ ਇਹ ਜਾਣਕਾਰੀ ਦੇ ਰਿਹਾ ਵੀ ਅੱਗੇ ਨਾਲੋਂ ਸਖਤੀ ਆ ਕਈ ਥਾਵਾਂ 'ਤੇ, ਖਾਸ ਕਰਕੇ ਲੂਜ਼ੀਆਨਾ ਕੈਂਪ 'ਚ, ਗਲੈਕਸੀਕੋ ਕੈਂਪ ਦੇ ਵਿੱਚ ਜਿਹੜਾ ਕੈਲੀਫੋਰਨੀਆ ਜਾਂ ਸੈਨ ਡਿਏਗੋ ਦੇ ਵਿੱਚ, ਉੱਥੇ ਬਿਆਨ ਹੁੰਦੇ ਨੇ। ਕਈਆਂ ਦੇ ਬਿਆਨ ਇਹ ਫੇਲ ਕਰ ਰਹੇ ਆ, ਫੇਲ ਹੋ ਜਾਣ ਤਾਂ ਬੰਦਾ ਬਾਹਰ ਨਹੀਂ ਆਉਂਦਾ, ਕਈਆਂ ਦਾ ਬੌਂਡ ਡਿਨਾਈ ਹੋ ਰਿਹਾ। ਤੀਜੀ ਗੱਲ ਇਹ ਆ ਕਿ ਜੇ ਤੁਸੀਂ ਕ੍ਰੋਸ ਕਰਕੇ ਆਉਂਦੇ ਆ ਤਾਂ ਤੁਹਾਡਾ ਕੇਸ ਜਿਹੜਾ ਹੈਗਾ ਉਹ 30 ਤੋਂ 40 ਦਿਨ 'ਚ ਕੰਪਲੀਟ ਨਹੀਂ ਹੁੰਦਾ। ਉਹ ਇਹਨਾਂ ਨੇ ਹੁਣ ਲੰਬੀਆਂ ਡੇਟਾਂ ਦੇ ਰਹੇ ਨੇ। ਜਿਹੜੇ ਨਵੇਂ ਬੰਦੇ ਬਾਰਡਰ ਕ੍ਰੋਸ ਕਰਕੇ ਆ ਰਹੇ ਆ ਉਹਨਾਂ ਨੂੰ 6 ਮਹੀਨੇ ਤੋਂ ਵੱਧ ਦੀ ਡੇਟ ਮਿਲ ਰਹੀ ਹੈ, ਸਾਲ ਦੀ ਮਿਲ ਰਹੀ ਹੈ ਕਈਆਂ ਨੂੰ, ਕਿਉਂਕਿ ਉਹ ਜਿਹੜੀ ਪਾਲਿਸੀ ਸਰਕਾਰ ਨੇ ਬਣਾਈ ਸੀ 40 ਦਿਨ ਵਾਲੀ, 30 ਦਿਨ ਵਾਲੀ ਪਾਲਿਸੀ, ਉਹ ਲਾਗੂ ਨਹੀਂ ਹੋਈ ਹੈ ਜੀ। ਅਗਲਾ ਸਵਾਲ ਹੈ ਜੀ ਕਿ ਗ੍ਰੀਨ ਕਾਰਡ ਹੋਲਡਰ ਆਪਣੇ ਪੇਰੈਂਟਸ ਨੂੰ ਬੁਲਾ ਸਕਦਾ ਜਾਂ ਸਿਟੀਜ਼ਨ ਹੋਣਾ ਜ਼ਰੂਰੀ ਆ। ਸਿਟੀਜ਼ਨ ਹੋਣਾ ਜ਼ਰੂਰੀ ਹੈ ਜੀ। ਸਿਰਫ ਜਿਹੜਾ US ਸਿਟੀਜ਼ਨ ਹੈ ਉਹ ਆਪਣੇ ਮਾਂ-ਬਾਪ ਨੂੰ ਜਾਂ ਭੈਣਾਂ ਭਰਾਵਾਂ ਨੂੰ ਅਪਲਾਈ ਕਰ ਸਕਦਾ। ਜਿਹੜਾ ਗ੍ਰੀਨ ਕਾਰਡ ਹੋਲਡਰ ਆਪਣੇ ਮਾਂ-ਬਾਪ ਨੂੰ ਨਹੀਂ ਅਪਲਾਈ ਕਰ ਸਕਦਾ। ਗ੍ਰੀਨ ਕਾਰਡ ਹੋਲਡਰ ਸਿਰਫ ਆਪਣੇ ਹਸਬੈਂਡ ਵਾਈਫ ਅਤੇ ਜਿਹੜੇ 21 ਸਾਲ ਤੋਂ ਘੱਟ ਬੱਚੇ ਉਹਨਾਂ ਨੂੰ ਕਰ ਸਕਦਾ, ਜਾਂ ਜਿਹੜੇ 21 ਸਾਲ ਤੋਂ ਉੱਪਰ ਬੱਚੇ ਅਨਮੈਰਿਡ ਨੇ ਉਹਨਾਂ ਨੂੰ ਕਰ ਸਕਦਾ, ਪਰ ਆਪਣੇ ਮਾਂ-ਬਾਪ ਨੂੰ ਜਾਂ ਭੈਣਾਂ ਭਰਾਵਾਂ ਨੂੰ ਜਾਂ ਮੈਰਿਡ ਬੱਚਿਆਂ ਨੂੰ ਗ੍ਰੀਨ ਕਾਰਡ ਹੋਲਡਰ ਅਪਲਾਈ ਨਹੀਂ ਕਰ ਸਕਦਾ। ਅਗਲਾ ਸਵਾਲ ਹੈ ਜੀ ਕਿ F4 ਕੇਸ ਸਾਡਾ ਅਗਸਤ 20 ਵਿੱਚ ਅਪਰੂਵ ਹੋਇਆ ਸੀ ਅਤੇ ਕਿੰਨਾ ਟਾਈਮ ਲੱਗੂ। ਇਹ ਤਾਂ ਬਹੁਤ ਟਾਈਮ ਲੱਗੂਗਾ ਜੀ। F4 ਤਾਂ ਅਜੇ ਸਤੰਬਰ 2005 ਚੱਲ ਰਿਹਾ, ਤੁਸੀਂ ਆਪੇ ਹਿਸਾਬ ਲਾ ਲਓ ਵੀ ਕਿੰਨਾ ਟਾਈਮ ਲੱਗਣਾ। ਅਗਲਾ ਸਵਾਲ ਹੈ ਜੀ ਕਿ ਸਾਡਾ F4 ਕੈਟੇਗਰੀ ਕੇਸ 2006 ਮਾਰਚ ਵਿੱਚ ਅਪਲਾਈ ਕੀਤਾ ਸੀ, ਕਿੰਨਾ ਟਾਈਮ ਲੱਗ ਸਕਦਾ। ਇਹਦੇ ਬਾਰੇ ਅਜੇ, ਕਿਉਂਕਿ ਅਜੇ 2005 ਚੱਲ ਰਿਹਾ, ਸੋ ਜੇ ਫਾਸਟ ਹੁੰਦੀ ਹੈ ਕੈਟੇਗਰੀ ਤਾਂ ਸਾਲ ਡੇਢ ਸਾਲ 'ਚ ਵਾਰੀ ਆ ਸਕਦੀ ਹੈ। ਬਾਕੀ ਦੇਖਾਂਗੇ, ਡਿਪੈਂਡ ਕਰੂਗਾ ਵੀ ਕਿੰਨੀ ਕੁ ਫਾਸਟ ਇਹ ਕੈਟੇਗਰੀ ਜਿਹੜੀ ਆ ਇਹ ਹੋ ਰਹੀ ਹੈ। ਅਗਲਾ ਸਵਾਲ ਹੈ ਜੀ ਕਿ US ਸਟੱਡੀ ਵੀਜ਼ਾ ਰਿਫਿਊਜ਼ ਆ, ਕੈਨੇਡਾ ਵੀ ਰਿਫਿਊਜ਼ ਆ। ਜੇ ਮੈਂ ਬਾਰਡਰ ਕ੍ਰੋਸ ਕਰਕੇ ਆਵਾਂ ਤਾਂ ਕੋਈ ਦਿੱਕਤ ਨਹੀਂ ਆਉਣ ਲੱਗੀ, ਮੈਂ ਅਸਾਈਲਮ ਲਾ ਸਕਦਾ। ਦੇਖੋ, ਅਸਾਈਲਮ ਤਾਂ ਕੋਈ ਵੀ ਲਾ ਸਕਦਾ ਜੇ ਤੁਹਾਡੇ ਜਿਹੜੇ ਅਸਾਈਲਮ ਦੇ 5 ਗਰਾਊਂਡ ਨੇ ਉਹਨਾਂ ਵਿੱਚ ਤੁਹਾਡਾ ਕੇਸ ਜਿਹੜਾ ਆਉਂਦਾ। 5 ਗਰਾਊਂਡਾਂ ਦੇ ਵਿੱਚ ਜਿਹੜਾ ਪੋਲੀਟੀਕਲ ਓਪੀਨੀਅਨ ਹੈ, ਮੈਂਬਰਸ਼ਿਪ ਇਨ ਪਰਟੀਕੂਲਰ ਸੋਸ਼ਲ ਗਰੁੱਪ ਹੈ, ਰੇਸ ਹੈ, ਨੈਸ਼ਨੈਲਿਟੀ ਹੈ, ਰਿਲੀਜਨ ਹੈ। ਜੇ ਨਾ ਤੁਹਾਡਾ ਕੇਸ ਆਉਂਦਾ, ਤੁਹਾਨੂੰ ਵਾਕਈ ਕੋਈ ਪ੍ਰੋਬਲਮ ਆਈ ਆ ਤਾਂ ਤੁਸੀਂ ਕਰ ਸਕਦੇ ਹੋ, ਪਰ ਸਿਰਫ ਇਸ ਕਰਕੇ ਕਿ ਉੱਦਾਂ ਹੀ ਅਸਾਈਲਮ ਕਰਨਾ ਇੱਥੇ ਰਹਿਣ ਲਈ ਜਾਂ ਵਰਕ ਪਰਮਿਟ ਲੈਣ ਲਈ, ਉਹ ਗਲਤ ਆ, ਉਹ ਨਹੀਂ ਕਰਨਾ ਚਾਹੀਦਾ। ਅਤੇ ਅਸਾਈਲਮ ਜਿਹੜਾ ਉਹਦਾ ਸਟੂਡੈਂਟ ਵੀਜ਼ਾ ਰਿਫਿਊਜ਼ ਹੋਣ ਨਾਲ ਕੋਈ ਸੰਬੰਧ ਨਹੀਂ, ਚਾਹੇ ਰਿਫਿਊਜ਼ ਆ ਵੀ ਕਰ, ਪਰ ਜੇ ਤੁਹਾਡੇ ਅਸਾਈਲਮ ਦੀਆਂ ਸ਼ਰਤਾਂ ਪੂਰੀਆਂ ਕਰਦੇ ਹੋ, ਉਹ 'ਚ ਸ਼ੋਅ ਕਰਨਾ ਪੈਂਦਾ ਵੀ ਤੁਹਾਨੂੰ ਆਪਣੀ ਕੰਟਰੀ 'ਚ ਬੜੀ ਪ੍ਰੋਬਲਮ ਆਈ ਆ, ਤੁਹਾਡੇ ਖਿਲਾਫ ਪਰਸੀਕਿਊਸ਼ਨ ਹੋਈ ਆ, ਫਿਊਚਰ ਦੇ ਵਿੱਚ ਵੀ ਤੁਹਾਨੂੰ ਆ ਸਕਦੀ ਆ, ਅਤੇ ਪਲੱਸ ਜਿਹੜੇ ਅਸਾਈਲਮ ਦੇ ਗਰਾਊਂਡ ਹੈਗੇ ਉਹਨਾਂ 'ਚ ਤੁਹਾਡਾ ਕੇਸ ਆਉਂਦਾ, ਜੇ ਆਉਂਦਾ ਤੁਹਾਡੇ ਕੋਲ ਡਾਕੂਮੈਂਟੇਸ਼ਨ ਹੈਗੀ, ਪ੍ਰੂਫ ਹੈਗੇ ਆ, ਤੁਸੀਂ ਲਾ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਮੇਰਾ F2BK 2016 'ਚ ਅਪਲਾਈ ਕੀਤਾ ਸੀ, ਇਹਨੂੰ ਕਿੰਨਾ ਟਾਈਮ ਲੱਗੂਗਾ ਅਤੇ ਮੈਂ ਕੈਨੇਡਾ 'ਚ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦਾ ਕਿ ਨਹੀਂ। F2B ਕੇਸ ਹੈ ਜੀ, ਜਿਹੜੇ ਗ੍ਰੀਨ ਕਾਰਡ ਹੋਲਡਰ ਆਪਣੇ 21 ਸਾਲ ਤੋਂ ਵੱਧ ਅਨਮੈਰਿਡ ਬੱਚਿਆਂ ਦਾ ਅਪਲਾਈ ਕਰਦੇ ਆ। ਜੇ ਇਹ 2016 'ਚ ਅਪਲਾਈ ਕੀਤਾ, ਉੱਥੇ ਅਜੇ 2015 ਚੱਲ ਰਿਹਾ ਜੀ, ਸੋ ਇਹਨੂੰ ਟਾਈਮ ਲੱਗੇਗਾ ਅਜੇ ਹੋਰ ਸਾਲ ਡੇਢ ਸਾਲ। ਅਤੇ ਇਹਦਾ ਕੈਨੇਡਾ ਦੇ ਵਿਜ਼ਟਰ ਵੀਜ਼ੇ ਨਾਲ ਕੋਈ ਸੰਬੰਧ ਨਹੀਂ। ਜੇ ਅਮਰੀਕਾ ਦਾ ਵਿਜ਼ਟਰ ਵੀਜ਼ਾ ਅਪਲਾਈ ਕਰੋਗੇ, ਰਿਫਿਊਜ਼ ਹੋ ਸਕਦਾ, ਕਿਉਂਕਿ ਅਮਰੀਕਾ ਦੇ ਵਿੱਚ ਜਿਹੜਾ ਰੂਲ ਇਹ ਆ ਵੀ ਜੇ ਤੁਸੀਂ ਤੁਹਾਡੀ ਇੰਟੈਂਟ ਹੈਗੀ ਆ ਵਿਜ਼ਟਰ ਦੀ ਤਾਂ ਹੀ ਜਾ ਸਕਦੇ ਹੋ। ਜੇ ਇੰਟੈਂਟ ਸੈਟਲ ਹੋਣ ਦੀ ਆ ਵੀ ਤੁਹਾਡੀ ਪਟੀਸ਼ਨ ਕਿਸੇ ਨੇ ਕੀਤੀ ਆ ਤਾਂ ਵਿਜ਼ਟਰ ਵੀਜ਼ਾ ਨਾ ਕਰ ਦਿੰਦੇ ਆ। ਕੈਨੇਡਾ ਦੇ ਵਿਜ਼ਟਰ ਵੀਜ਼ੇ 'ਤੇ ਨਹੀਂ ਮੇਰਾ ਖਿਆਲ ਵੀ ਇਹਦਾ ਕੋਈ ਲਾਗੂ ਹੋਊਗਾ। ਅੱਗੇ ਕਹਿ ਰਿਹਾ ਕਿ F3 ਕੈਟੇਗਰੀ ਬਾਰੇ ਦੱਸੋ। F3 ਕੈਟੇਗਰੀ ਹੈਗੀ ਹੈ ਜੀ US ਸਿਟੀਜ਼ਨ ਦੇ ਜਿਹੜੇ ਮੈਰਿਡ ਬੱਚੇ ਨੇ ਅਤੇ ਉਹਨਾਂ ਦੇ ਗਾਂ ਬੱਚਿਆਂ ਦੀ। ਉੱਥੇ ਚੱਲ ਰਿਹਾ ਜੇ ਨਵੰਬਰ 2008, ਜੇ ਕੋਈ ਜ਼ਿਆਦਾ ਫਾਸਟ ਨਹੀਂ ਹੋਈ, ਅਤੇ ਹੁਣ ਦੇਖਦੇ ਆਉਂਦੇ ਸਮੇਂ ਦੇ ਵਿੱਚ ਕਿੰਨੀ ਕੁ ਤੇਜ਼ ਹੁੰਦੀ ਆ। ਅਗਲਾ ਸਵਾਲ ਹੈ ਜੀ ਕਿ ਸਾਡਾ 2006 'ਚ ਕੇਸ ਅਪਲਾਈ ਹੋਇਆ, ਵੈਲਕਮ ਲੈਟਰ ਕਦੋਂ ਆਊਗਾ। ਅਜੇ 2005 ਚੱਲਦਾ ਜੀ F4 ਕੈਟੇਗਰੀ 'ਚ, ਸੋ ਦੇਖੋ ਕਿੰਨਾ ਟਾਈਮ, ਸ਼ਾਇਦ ਹੋਰ ਸਾਲ ਜਾਂ ਆਹ ਸਾਲ ਦੇ ਵਿੱਚ ਸ਼ਾਇਦ ਆਵੇ ਜਾਂ ਅਗਲੇ ਸਾਲ 'ਚ ਆਵੇ ਤੁਹਾਨੂੰ। ਅਗਲਾ ਸਵਾਲ ਹੈ ਜੀ ਕਿ ਗ੍ਰੀਨ ਕਾਰਡ ਹੋਲਡਰ ਦੀ ਜਿਹੜੀ ਸਪਾਊਸ ਦੇ ਇੰਟਰਵਿਊ 'ਤੇ ਕੀ ਚੱਲ ਰਿਹਾ। ਅਜੇ ਤਾਂ ਜੀ ਕਰੰਟ ਆ, ਪਰ ਅਜੇ ਬਹੁਤ ਟਾਈਮ ਲੱਗ ਰਿਹਾ। ਜ਼ਿਆਦਾ ਜਿਹੜੀ US ਸਿਟੀਜ਼ਨ ਦੀਆਂ ਇੰਟਰਵਿਊਆਂ ਕਰ ਰਹੇ ਆ, ਗ੍ਰੀਨ ਕਾਰਡ ਹੋਲਡਰਾਂ ਦੀ ਜਿਹੜੀ ਇੰਟਰਵਿਊਜ਼ ਨੇ ਉਹ ਜ਼ਿਆਦਾ 60 ਡੇ ਨੋਟਿਸ ਦੇ ਰਹੇ ਆ, ਸੋ ਵੇਟ ਕਰਨੀ ਪੈਣੀ ਆ ਤੁਹਾਨੂੰ। ਅਗਲਾ ਸਵਾਲ ਹੈ ਜੀ ਕਿ ਮੇਰਾ ਕੇਸ ਜਿਹੜਾ ਪੋਰਟਲੈਂਡ ਦੇ ਵਿੱਚ ਹੈਗਾ,
ਤੇ ਤੁਸੀਂ ਸਾਡੀ ਹੈਲਪ ਕਰ ਸਕਦੇ ਹੋ। ਅਸੀਂ ਪੋਰਟਲੈਂਡ ਕੇਸ ਲੜਦੇ ਹਾਂ ਜੀ, ਮੇਰੇ ਕਾਫੀ ਕੇਸ ਸਾਡੇ ਪੋਰਟਲੈਂਡ ਚੱਲਦੇ ਆ, ਪਰ ਪੋਰਟਲੈਂਡ ਦੀ ਜਿਹੜੀ ਥੋੜ੍ਹੀ ਜਿਹੀ ਇਮੀਗ੍ਰੇਸ਼ਨ ਕੋਰਟ ਸਖਤ ਹੈ, ਜੱਜ ਸਖਤ ਨੇ ਦੂਜਿਆਂ ਨਾਲੋਂ, ਤੇ ਐਜ਼ ਕੰਪੇਅਰ ਟੂ ਕੈਲੀਫੋਰਨੀਆ ਜਾਂ ਨਿਊਯਾਰਕ। ਪਰ ਪੋਰਟਲੈਂਡ ਅਸੀਂ ਜਾਂਦੇ ਹਾਂ। ਤੁਸੀਂ ਮੇਰੇ ਨੰਬਰ 'ਤੇ ਮੈਨੂੰ ਸੰਪਰਕ ਕਰ ਸਕਦੇ ਹੋ 9179154142। ਉੱਤੇ ਮੈਨੂੰ ਟੈਕਸਟ ਕਰ ਦਿਓ ਆਪਣਾ ਸਾਰਾ ਕੇਸ, ਇਹ ਨੰਬਰ ਕੀ ਸਿਚੁਏਸ਼ਨ ਆ, ਤੇ ਅਸੀਂ ਕੇਸ ਜਿਹੜਾ ਹੈਂਡਲ ਕਰ ਸਕਦੇ ਹਾਂ। ਅਗਲਾ ਸਵਾਲ ਹੈ ਜੀ ਕਿ ਮੰਮੀ ਨੇ ਸਿਟੀਜ਼ਨਸ਼ਿਪ ਅਪਲਾਈ ਕੀਤੀ ਆ ਤੇ ਕਿੰਨਾ ਟਾਈਮ ਲੱਗੂਗਾ। ਇਹ ਡਿਪੈਂਡ ਕਰੂਗਾ ਜੀ। ਅੱਜ ਕੱਲ੍ਹ ਜਿਹੜੇ ਗ੍ਰੀਨ ਕਾਰਡ ਹੋਲਡਰ ਸਿਟੀਜ਼ਨਸ਼ਿਪ ਲਈ ਅਪਲਾਈ ਕਰਦੇ ਨੇ, ਸਿਟੀਜ਼ਨ ਬਣਨ ਲਈ, ਉਹਨਾਂ ਦੇ ਤਕਰੀਬਨ 6 ਤੋਂ 8 ਮਹੀਨੇ ਲੱਗ ਰਹੇ, ਕਿ ਇਹਨੂੰ ਘੱਟ ਟਾਈਮ ਵੀ ਲੱਗ ਰਿਹਾ, ਅੱਗੇ ਨਾਲੋਂ ਟਾਈਮ ਘਟਿਆ। ਪਰ ਜੇ ਤੁਹਾਡੀ ਮਦਰ ਨੇ ਜਿਹੜਾ ਤੁਹਾਡਾ ਕੇਸ ਅਪਲਾਈ ਕੀਤਾ ਸਿਟੀਜ਼ਨ ਬਣ ਕੇ, ਉਹਦੀ ਹੋਰ ਸਿਚੁਏਸ਼ਨ ਆ। ਉਹਦੇ 'ਚ ਇਹ ਆ ਕਿ ਜੇ ਤਾਂ ਉਹਨਾਂ ਨੇ F3 ਕੈਟੇਗਰੀ 'ਚ ਕੀਤਾ ਆ ਤਾਂ ਉੱਥੇ ਦਾ ਜਾਂ 2008 ਚੱਲ ਰਿਹਾ, ਜੇ F4 'ਚ ਕੀਤਾ 2005 ਚੱਲ ਰਿਹਾ, ਉਹਨੂੰ ਕਾਫੀ ਟਾਈਮ ਲੱਗੂਗਾ। ਅਗਲਾ ਸਵਾਲ ਹੈ ਜੀ ਕਿ ਮੈਂ ਆਪਣੇ ਹਸਬੈਂਡ ਦੀ ਪਟੀਸ਼ਨ ਪਾਈ ਆ, ਮੇਰਾ ਕੇਸ NBC ਕੋਲ 15 ਜੁਲਾਈ 2022 ਨੂੰ ਅਪਰੂਵ ਹੋ ਗਿਆ, ਅਜੇ ਤੱਕ ਇੰਟਰਵਿਊ ਨਹੀਂ ਆਈ। ਟਾਈਮ ਲੱਗੂਗਾ ਜੀ, ਇਹਨੂੰ ਕਾਫੀ ਟਾਈਮ ਲੱਗ ਰਿਹਾ, ਬਹੁਤ ਸਲੋ ਹੈ ਸਿਚੁਏਸ਼ਨ। ਅਜੇ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਕਿ ਕਿੰਨਾ ਟਾਈਮ ਲੱਗੂਗਾ। ਇਹ ਦੱਸੋ ਜੀ ਕਿ ਜੇ ਉਹ ਕਹਿ ਰਹੇ ਆ ਕਿ ਬਾਰਡਰ ਕ੍ਰੋਸ ਕਰਕੇ ਕੋਈ ਲੜਕੀ ਆਉਂਦੀ ਆ ਤਾਂ ਉਹਨੂੰ ਕੈਂਪ 'ਚੋਂ ਕਿੰਨੀ ਦੇਰ ਬਾਅਦ ਛੱਡਦੇ ਆ। ਇਹ ਕੋਈ ਫਰਕ ਨਹੀਂ ਹੈ ਜੀ ਲੜਕੀ ਦਾ ਜਾਂ ਲੜਕੇ ਦਾ, ਫੈਮਿਲੀ ਦਾ ਜ਼ਰੂਰ ਆ। ਜਿਹੜੇ ਫੈਮਿਲੀ ਹਸਬੈਂਡ ਵਾਈਫ ਤੇ ਬੱਚੇ ਆਉਂਦੇ ਉਹਨਾਂ ਨੂੰ ਛੇਤੀ ਛੱਡਣ ਦੇ 72 ਘੰਟੇ 'ਚ, ਜਾਂ ਛੋਟੇ ਬੱਚਿਆਂ ਨੂੰ ਛੱਡਣ ਦੇ ਜਿਹੜੇ ਕਿ 18 ਸਾਲ ਤੋਂ ਘੱਟ ਆ। ਪਰ ਜਿਹੜੇ ਵੱਡੀ ਉਮਰ ਦੇ ਆਉਂਦੇ ਆ, ਚਾਹੇ ਉਹ ਮਤਲਬ ਬੰਦਾ ਆਉਂਦਾ, ਚਾਹੇ ਲੇਡੀਜ਼ ਆਉਂਦੀਆਂ ਨੇ, ਉਹਨਾਂ ਦੀ ਸੇਮ ਹੀ ਸਿਚੁਏਸ਼ਨ ਆ। ਉਹਨਾਂ ਨੂੰ ਜਿਹੜੇ ਅੱਡ-ਅੱਡ ਕੈਂਪਾਂ 'ਚ ਲੈ ਜਾਂਦੇ ਆ, ਅਤੇ ਉਦੋਂ ਬਾਅਦ ਉੱਥੇ ਬਿਆਨ ਹੁੰਦੇ ਨੇ। ਕਈ ਕੈਂਪਾਂ 'ਚ ਨਹੀਂ ਵੀ ਬਿਆਨ ਹੁੰਦੇ, ਉੱਦਾਂ ਵੀ ਛੱਡ ਦਿੰਦੇ ਆ। ਪਰ ਕੋਈ ਗਰੰਟੀ ਨਹੀਂ ਹੈਗੀ ਵੀ ਜੇ ਲੇਡੀਜ਼ ਆਉਂਦੀਆਂ ਉਹਨਾਂ ਨੂੰ ਛੇਤੀ ਛੱਡ ਦੇਣਗੇ, ਇੱਦਾਂ ਦੀ ਕੋਈ ਗੱਲ ਨਹੀਂ। ਅਗਲਾ ਸਵਾਲ ਹੈ ਜੀ ਕਿ ਵਰਕ ਪਰਮਿਟ 'ਤੇ ਲੋਨ ਮਿਲ ਸਕਦਾ ਕਿ ਨਹੀਂ। ਇਹ ਡਿਪੈਂਡ ਕਰਦਾ ਜੀ ਬੈਂਕ ਦੇ ਉੱਤੇ। ਜੇ ਤੁਹਾਡੇ ਕੋਲ ਵਰਕ ਪਰਮਿਟ ਸੋਸ਼ਲ ਸਿਕਿਉਰਿਟੀ ਨੰਬਰ ਹੈ, ਕਈ ਬੈਂਕ ਲੋਨ ਦੇ ਦਿੰਦੇ ਆ, ਪਰ ਕਈ ਨਹੀਂ ਦਿੰਦੇ। ਇਹ ਅੱਡ-ਅੱਡ ਲੋਨ ਪ੍ਰੋਗਰਾਮ, ਅੱਡ-ਅੱਡ ਬੈਂਕਾਂ ਦੇ ਪ੍ਰੋਗਰਾਮ ਨੇ। ਸੋ ਇਸ ਕਰਕੇ ਇਹ ਤੁਹਾਨੂੰ ਜਿਹੜਾ ਕੋਈ ਲੋਨ ਦਾ ਬ੍ਰੋਕਰ ਜਾਂ ਰੀਅਲ ਸਟੇਟ ਬ੍ਰੋਕਰ ਆ, ਉਹ ਜ਼ਿਆਦਾ ਦੱਸ ਸਕਦਾ। ਅਗਲਾ ਸਵਾਲ ਹੈ ਜੀ ਕਿ F4 ਕੈਟੇਗਰੀ 18 ਮਾਰਚ 2006 ਨੂੰ ਸਾਡਾ ਕੇਸ ਲੱਗਿਆ, ਕਿੰਨਾ ਟਾਈਮ ਲੱਗੂਗਾ। ਉਹ ਕਹਿੰਦੇ ਮੇਰੀ ਏਜ 20 ਸਾਲ ਦੀ ਆ। ਹੁਣ ਦੇਖੋ ਅਜੇ ਉੱਥੇ 2005 ਚੱਲ ਰਿਹਾ, ਇਹਨੂੰ ਟਾਈਮ ਲੱਗੂਗਾ, ਅਜੇ ਹੋਰ ਸਾਲ ਲੱਗ ਸਕਦਾ। ਪਰ ਤੁਹਾਡਾ ਚਾਈਲਡ ਸਟੈਟਸ ਪ੍ਰੋਟੈਕਸ਼ਨ ਐਕਟ ਕਵਰ ਕਰ ਸਕਦਾ ਜੇ ਤੁਸੀਂ ਉਹਦੀਆਂ ਜਿਹੜੀਆਂ ਸ਼ਰਤਾਂ ਨੇ ਉਹਦੇ ਅੰਡਰ ਤੁਹਾਡਾ ਕੇਸ ਜਿਹੜਾ ਹੈਗਾ ਉਹ ਆਉਂਦਾ, ਤਾਂ ਉਹ ਕੀਤਾ ਜਾ ਸਕਦਾ। ਅਗਲਾ ਸਵਾਲ ਹੈ ਜੀ ਕਿ F2 ਜਿਹੜੀ B ਕੈਟੇਗਰੀ ਆ, ਉਹਦੇ ਬਾਰੇ ਸਾਨੂੰ ਥੋੜ੍ਹੀ ਜਿਹੀ ਜਾਣਕਾਰੀ ਦਿਓ। F2B ਕੈਟੇਗਰੀ ਮੈਂ ਦੱਸ ਕੇ ਹਟਿਆ ਜੀ ਕਿ ਗ੍ਰੀਨ ਕਾਰਡ ਹੋਲਡਰ ਦੇ ਓਵਰ 21 ਅਨਮੈਰਿਡ ਬੱਚਿਆਂ ਦੀ ਕੈਟੇਗਰੀ ਆ। ਉੱਥੇ ਚੱਲ ਰਿਹਾ ਜੇ 2015, ਅਤੇ ਉੱਥੇ ਟਾਈਮ ਲੱਗ ਰਿਹਾ, ਬਹੁਤ ਸਲੋ ਆ ਜੇ। ਸੋ ਦੇਖਦੇ ਹਾਂ ਕਿੰਨੀ ਕੁ ਤੇਜ਼ ਹੁੰਦੀ ਹੈ ਇਹ ਜਿਹੜੀ ਇਹ ਮਤਲਬ ਕੈਟੇਗਰੀ ਆ। ਅਗਲਾ ਸਵਾਲ ਹੈ ਜੀ ਕਿ ਇਹ ਗ੍ਰੀਨ ਕਾਰਡ ਹੋਲਡਰ ਦੀ ਇੰਟਰਵਿਊ ਕਦੋਂ ਸਟਾਰਟ ਹੋਏਗੀ। ਅਜੇ ਨਹੀਂ ਕਹਿ ਸਕਦੇ ਕਦੋਂ ਸਟਾਰਟ ਹੋਏਗੀ ਜੀ, ਬਾਕੀ ਤਾਂ ਇਹਨੂੰ ਟਾਈਮ ਲੱਗਦਾ, ਕਿਉਂਕਿ ਜਿਹੜੀ ਅਜੇ ਜਿਹੜੀਆਂ ਇੰਟਰਵਿਊਆਂ ਹੋ ਰਹੀਆਂ ਨੇ ਉਹ ਸਿਟੀਜ਼ਨ ਦੀਆਂ ਹੋ ਰਹੀਆਂ ਨੇ, ਹਸਬੈਂਡ ਵਾਈਫ ਦੀਆਂ। ਗ੍ਰੀਨ ਕਾਰਡ ਨੂੰ ਟਾਈਮ ਲੱਗ ਸਕਦਾ। ਸੋ ਇਹ ਸੀ ਹੁਣ ਦੇ ਜਿਹੜੇ ਤੁਹਾਡੇ ਸਵਾਲ, ਉਹਨਾਂ ਦੇ ਆਪਾਂ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਆ। ਆਸ ਕਰਦੇ ਹਾਂ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੇ ਵੀਕ ਇਸੇ ਤਰ੍ਹਾਂ ਹੀ ਮਿਲਾਂਗੇ ਜੀ, ਇਸੇ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।